ਆਪਣੇ ਹੁਣ ਜਿਵੇਂ ਕਾफ़ੀ ਗੱਲਾਂ ਤੁਸੀਂ ਵੀ ਖਬਰਾਂ ਸੁਣਦੇ ਹੋਵੋਗੇ, ਕਹਿ ਦਿੰਦੇ ਨੇ ਵੀ ਪਾਕਿਸਤਾਨ ਨੇ ਹੁਣ ਇੰਨੇ ਅਟੈਕ ਜਿਵੇਂ ਨਕਸਲੀ ਅਟੈਕ ਹੋ ਜਾਂਦੇ ਨੇ ਜਾਂ ਘੁਸਪੈਠ ਕੀਤੀ, ਕਹਿੰਦੇ ਕਿ ਆਤੰਕਵਾਦੀਆਂ ਨੇ ਮਾਰੇ ਗਏ, 3 ਮਾਰੇ ਗਏ, 4 ਮਾਰੇ ਗਏ, ਜਾਂ ਕੁਛ ਆਪਣੇ ਜਵਾਨ ਵੀ ਸ਼ਹੀਦ ਹੁੰਦੇ ਨੇ। ਵੀ ਆਪਣੇ ਜਦ ਵੀ ਐਸੀਆਂ ਵਾਰਦਾਤਾਂ ਹੁੰਦੀਆਂ ਨੇ, ਆਪਣੇ ਲੋਕ ਅਕਸਰ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਹ ਕਹਿੰਦੇ ਨੇ ਵੀ ਜੰਗ ਲੱਗ ਜੇ, ਜੰਗ ਲੱਗ ਜੇ। ਤੁਸੀਂ ਤਾਂ ਪਿੰਡ ਦੇ ਹੰਢਾਈ ਹੈ ਕਿ ਜੰਗ ਲੱਗਣੀ, ਤੁਸੀਂ ਚਾਹੁੰਦੇ ਹੋ ਵੀ ਕਦੇ ਜੰਗ ਲੱਗੇ? ਜੰਗ ਦਾ ਤਾਂ ਬਹੁਤ ਮੂੰਹ ਇੱਕ ਬਹੁਤ ਭਿਆਨਕ ਨਤੀਜਾ ਨਿਕਲਣਾ ਜੰਗ ਦਾ, ਇਹ ਤਾਂ ਹੈ ਨਹੀਂ ਆ ਵੀ ਜੰਗ ਨਾਲ ਕੋਈ ਇੱਥੇ ਲੱਡੂ ਵੰਡ ਹੋਣੇ ਨੇ। ਉੱਥੇ ਤਾਂ ਫਿਰ ਨੁਕਸਾਨ ਹੋਣਾ, ਨੁਕਸਾਨ ਵਿੱਚ ਜੰਗ ਦੇ ਵਿੱਚ ਕਿੰਨਾ ਨੁਕਸਾਨ ਹੋਊਗਾ ਕੀ ਪਤਾ ਆਪਾਂ ਨੂੰ। ਸਵਾਲ ਇੱਕ ਅਨਹੋਣਾ ਜਿਹਾ ਐਵੇਂ ਕਹਿ ਸਕਦਾ, ਕਿੰਨੇ ਕੁ ਅੱਤਵਾਦੀ ਢੇਰ ਕੀਤੇ ਹੋਣਗੇ ਫਿਰ ਬਲਵਿੰਦਰ ਨੇ? ਜੇ ਮੇਰੇ ਤਾਂ ਹੁਣ ਕੁੱਲ ਮਿਲਾ ਕੇ ਤਾਂ ਕੋਈ 10-12 ਦੀ ਗਿਣਤੀ 'ਚ ਤਾਂ ਮੇਰੇ ਆਪਦੇ ਅੰਡਰ 'ਚ ਆ ਗਏ ਹੋਣਗੇ। ਤੁਸੀਂ ਆਪ ਮਾਰੇ ਜਿਹੜੇ ਮਤਲਬ ਕਹਿਣ ਦਾ ਭਾਵ ਜਾਂ ਪੂਰਾ ਸਰਕਲ ਜਾਂ ਪੂਰੀ ਯੂਨਿਟ ਹੀ ਮਤਲਬ ਬ੍ਰਿਗੇਡ ਹੀ ਲੜ ਰਿਹਾ, ਉੱਥੇ ਆਪਾਂ ਫਾਇਰ ਕਰ ਰਹੇ, ਜੇ ਭੱਜੇ ਜਾਂਦੇ ਨੇ ਉੱਥੇ ਗੋਲੀ ਚਾਹੇ ਆਪਦੀ ਲੱਗੇ, ਚਾਹੇ ਤੇਰੀ ਲੱਗੇ, ਚਾਹੇ ਮੇਰੀ ਲੱਗੀ ਆ, ਮੈਂ ਥੋੜ੍ਹਾ ਕਹਿ ਸਕਦਾ ਵੀ ਮੇਰੀ ਉਹ ਹੋਈ ਆ। ਇਹ ਗੱਲ ਆ। ਲੇਕਿਨ ਢੇਰੀ ਤਾਂ ਸਾਡੇ 15 ਪੰਜਾਬ ਦੇ ਵਿੱਚ ਤਾਂ ਸਾਡਾ ਰਿਕਾਰਡ ਸੀਗਾ ਇਸ ਚੀਜ਼ ਦਾ। ਝਾੜੀ ਦੇ ਵਿੱਚ ਉਹਨਾਂ ਦਾ ਲਿਫਾਫਾ ਵਗੈਰਾ ਲਾਇਆ ਹੁੰਦਾ ਜਿਹਦੇ ਵਿੱਚ ਦੀ ਉਹ ਸਾਹ ਲੈਂਦੇ ਸੀ, ਹੇਠਾਂ ਪੱਥਰਾਂ ਦੇ ਵਿੱਚ ਹੀ ਆ ਰਹੇ ਹੁੰਦੇ ਸੀਗੇ। ਉਹਨਾਂ ਦੇ ਪਿੱਛੇ ਅਮਨੀਸ਼ਨ ਵਗੈਰਾ ਬੰਨਿਆ ਹੁੰਦਾ ਸੀਗਾ, ਸਾਰਾ ਕੁਛ ਸਮਾਨ। ਹਾਂ, ਜਦੋਂ ਉਹ ਝਾੜੀ ਸਾਡੇ ਲਵੇ ਆਉਣੀ, ਅਸੀਂ ਝਾੜੀ ਖਿੱਚਣੀ ਉਹਨਾਂ ਨੂੰ ਕਰਕੇ ਉਹ ਪੈਪ ਫੜ ਲੈਣੀ। ਜਦੋਂ ਪੈਪ ਸਾਹ ਹੀ ਬੰਦ ਹੋਣੀ ਤੇ ਬੰਦੇ ਨੇ ਆਟੋਮੈਟਿਕ ਉੱਪਰ ਆ ਜਾਣਾ। ਪਰ ਫਿਰ ਉੱਪਰੋਂ ਆ ਕੇ ਜਦੋਂ ਬੰਦੇ ਪਾਣੀ 'ਚੋਂ ਆ ਰਿਹਾ ਬੰਦੇ ਨੂੰ, ਉਹਨੂੰ ਕੀ ਪਤਾ ਵੀ ਬਾਹਰ ਕੀ ਆ, ਕੁਛ ਨਹੀਂ ਪਤਾ। ਫਿਰ ਇੱਕਦਮ ਆ ਕੇ ਬੌਂਦਲ ਜਾਂਦਾ ਸੀ, ਫਿਰ ਉਹਨੂੰ ਜਿਹੜੀ ਬਸ ਬਾਹਰ ਫੜ ਕੇ ਕੱਢਣਾ ਹੈ। ਬਸ ਉਹਦੇ ਕੋਲ ਫਿਰ ਹਥਿਆਰ ਮਿਲਣੇ, ਉਹਦੇ ਕੋਲ ਨੋਟਬੁੱਕਾਂ ਮਿਲਣੀਆਂ, ਉਹਦੇ ਕੋਲ ਪੂਰੀ ਮਤਲਬ ਵੀ ਕਾਹਦੇ ਬੇਸ 'ਤੇ ਚੱਲਿਆ ਹੋਇਆ, ਇਹ ਕਾਹਦੇ ਬੇਸ 'ਤੇ ਕੀ ਲੈ ਕੇ ਚੱਲਿਆ, ਕਿੱਥੇ ਇਹਨੇ ਕੀ ਕਾਰਵਾਈ ਕਰਨੀ ਸੀ। ਉੱਥੋਂ ਬੰਦੇ ਨੂੰ ਸਾਰੀ ਫੌਜ ਦੇ ਮਤਲਬ ਖਬਰ ਮਿਲਦੀ ਸੀ। 12-1 ਵਜੇ ਜਿੱਦਾਂ ਸਾਡੀ ਦੀਵਾਲੀ ਹੁੰਦੀ ਆ ਆਪਣੇ ਪਿੰਡਾਂ ਦੇ ਵਿੱਚ, ਫਿਰ ਇਹ ਚੀਜ਼ ਉੱਥੇ ਦੇਖਣ ਨੂੰ ਮਿਲਦੀ ਸੀ। ਉੱਥੇ ਕੋਈ ਜਨਾਨੀ ਜਾਂ ਕੋਈ ਬੰਦਾ ਹੋਰ ਕੋਈ ਆਪਣੀ ਫੌਜ ਤੋਂ ਬਿਨਾਂ ਕੋਈ ਬੰਦਾ ਦਿਖਦਾ ਨਹੀਂ ਹੈਗਾ। ਸਿਰਫ ਉਸ ਇਲਾਕਾ ਹੀ ਉਹ ਇੱਦਾਂ ਦਾ, ਉੱਥੇ ਸਿਰਫ ਭਾਂਤ ਦੇ ਜਿਹੜੇ ਜਾਨਵਰ ਨੇ ਜੰਗਲਾਂ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ। ਬੁਲਟ ਪ੍ਰੂਫ ਜਾਕਟ ਹੁੰਦੀ ਜੀ, ਉਹਦੇ 2 ਪਲੇਟਾਂ ਪਈਆਂ ਨੇ, ਇੱਕ ਪਲੇਟ ਅੱਗੇ ਇੱਕ ਪਿੱਛੇ। ਅੱਛਾ। ਉਹ ਪਲੇਟ ਦਾ ਮਤਲਬ ਕਹਿਣ ਦਾ ਭਾਵ ਵੀ ਇੱਥੋਂ ਦੀ ਮੈਂ ਆਪਾਂ ਕਮੀਜ਼ ਪਾਉਂਦੇ ਹਾਂ, ਉਹ ਕਮੀਜ਼ ਦਾ ਮਤਲਬ ਸਾਡੀ ਵਰਦੀ ਪਾਈ ਹੁੰਦੀ ਸੀ, ਵਰਦੀ ਦੇ ਉੱਪਰ ਦੀ ਪਾਉਂਦੇ ਸੀ ਬੁਲਟ ਪ੍ਰੂਫ। ਅੱਛਾ। ਉਹਦਾ ਕਿੰਨਾ ਕੁ ਭਾਰ ਹੁੰਦਾ ਸੀਗਾ? ਉਹਦਾ ਤਕਰੀਬਨ 8 ਕਿਲੋ 8.5 ਕਿਲੋ ਦੀ ਇੱਕ ਪਲੇਟ ਹੁੰਦੀ ਆ ਉਹ ਬੁਲਟ ਪ੍ਰੂਫ ਦੀ। ਉਹ ਤੁਸੀਂ 2 ਪਾਉਂਦੇ ਸੀ? 2 ਪੈਂਦੀਆਂ ਸੀਗੀਆਂ। 16 17.5 ਦੇ ਬਸ ਇੱਥੇ ਸੀਗੀਆਂ। ਬਾਕੀ ਦੇਖ ਲਓ ਤੁਸੀਂ ਮੈਗਜ਼ੀਨ ਹੁੰਦੇ ਸੀਗੇ 3-4 ਗੰਨਾਂ ਦੇ ਨਾਲ, ਬਾਕੀ ਗਰਨੇਡ ਹੁੰਦੇ ਸੀਗੇ, ਅਮਨੀਸ਼ਨ ਹੁੰਦਾ ਸੀਗਾ, ਫਿਰ ਪਾਣੀ ਦੀ ਬੋਤਲ ਹੁੰਦੀ ਸੀਗੀ, ਫਿਰ ਆਪਣੀ ਰੋਟੀ ਵੀ ਹੁੰਦੀ ਸੀਗੀ, ਫਿਰ ਪੈਕ ਪਿੱਠੂ ਵੀ ਹੁੰਦਾ ਸੀ ਜਿਹਦੇ ਵਿੱਚ ਮਾੜਾ ਮੋਟਾ ਜੇ ਠੰਡ ਲੱਗੂਗੀ ਤਾਂ ਕੱਪੜਾ ਵੀ ਲੈਣਾ ਪਊਗਾ। ਨਾਲ ਬਿਸਤਰੇ ਸੀ, ਨਾਲ ਰਹਿੰਦੇ ਸੀਗੇ ਜਿਹੜੇ ਬੰਦੇ ਅੱਖਾਂ ਸਾਹਮਣੇ ਮੀਚ ਗਏ। ਜਦ ਕਿ ਮੈਂ ਕੋਲੇ ਪੁੱਛਿਆ ਵੀ ਕੀ ਹੋ ਗਿਆ, ਬਸ ਉਹਨੇ ਕਿਹਾ ਵੀ ਮੈਂ ਹੈ ਨਹੀਂ। ਬਸ ਹਾਲਾਤ ਇੱਦਾਂ ਦੇ ਸੀਗੇ, ਜਦ ਇੱਧਰ ਟ੍ਰੇਨਿੰਗ ਇੰਨੀ ਸਖਤ ਹੁੰਦੀ ਆ ਕਿ ਬੰਦਾ ਜਿਹੜੀ ਭੁੱਲ ਜਾਂਦਾ ਜੀ, ਬਸ ਇੱਕ ਰੋਟੀ ਉਹ ਖਾਂਦਾ। ਬੰਦਾ ਨੱਠਿਆ ਫਿਰਦਾ, ਭੱਜਿਆ ਫਿਰਦਾ, ਬੰਦੇ ਨੂੰ ਇਹ ਲੱਗੀ ਹੁੰਦੀ ਆ ਵੀ ਮੈਂ ਰੂਟੀ ਕਰ ਜਾਵਾਂ, ਪਰ ਗੱਲ ਕੀ, ਰੂਟੀ ਤਾਂ ਹੁੰਦੀ ਹੀ ਹੋਣੀ ਆ। ਅਤੇ ਫਿਰ ਉਹ ਦੌੜ ਭੱਜ ਇੰਨੀ ਹੁੰਦੀ ਆ, ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਕਠਿਨਾਈ ਆਉਂਦੀ ਆ। ਜੋ ਬੰਦੇ ਦਾ ਤਕੜਾ ਸਰੀਰ ਆ, ਬੰਦੇ ਦਾ ਮਨ ਇੱਕ ਬਣਿਆ ਵਾ ਬੰਦਾ, ਉਹ ਤਾਂ ਨਹੀਂ ਦੌੜਦਾ ਉੱਥੋਂ। ਸਾਡੀ ਪਲਟਨ ਦੇ ਵਿੱਚ ਜਿਹੜੇ ਮੇਰੇ ਨਾਲ ਸੀ ਬੰਦੇ, ਕਿਉਂਕਿ ਮੈਨੂੰ ਘਰ ਦੀ ਮਜਬੂਰੀ ਕਰਕੇ ਥੋੜ੍ਹਾ ਜਿਹਾ ਉਸ ਤੋਂ ਪਹਿਲਾਂ ਆਉਣਾ ਪੈ ਗਿਆ। ਜੇ ਕੋਈ ਕੈਪਟਨ, ਕੋਈ ਸੂਬੇਦਾਰ ਵਗੈਰਾ ਰਿਟਾਇਰ ਹੋ ਕੇ ਗਏ ਨੇ, ਜੇ ਸਾਡੇ 15 ਪੰਜਾਬ ਦੇ ਸਾਡੇ ਕੋਈ ਆਪਦੇ CEO ਸਾਹਿਬ ਜਾਂ ਸਾਡੇ ਮੇਜਰ ਸਾਹਿਬ ਜਾਂ ਸਾਡਾ ਕੋਈ ਉੱਥੋਂ ਮਤਲਬ ਸਾਡੇ ਨੁਮਾਇੰਦੇ ਜੀ ਸਾਡੇ ਕਹਿਣ ਵੀ ਸਾਡੇ ਆਹ ਗੱਲ ਹੋ ਗਈ ਵੀ ਤੁਸੀਂ ਆਓ ਤਾਂ ਅਸੀਂ ਜਾਵਾਂਗੇ। ਇਹ 'ਚ ਕਿਹੜੀ ਗੱਲ ਨਾ ਜਾਣ ਦੀ ਤਾਂ ਮਤਲਬ ਨਹੀਂ ਹੈਗਾ। ਮੈਂ 17.5 ਸਾਲ ਦੀ ਇਹਦੇ ਵਿੱਚ ਫੌਜ ਜੁਆਇਨ ਕੀਤੀ ਸੀਗੀ। 17.5 'ਚ? ਬਹੁਤ ਛੋਟੀ ਉਮਰ 'ਚ ਕੀਤੀ? ਹਾਂ ਹਾਂਜੀ, ਜਦ ਕਿ 6 ਮਹੀਨੇ ਮੈਂ ਪਰਮਿਸ਼ਨ ਲਈ ਸੀਗੀ, ਜਦ ਕਿ 18 ਸਾਲ ਦਾ ਬੰਦਾ ਫੌਜ ਵਿੱਚ ਹੁੰਦਾ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਜੰਗ ਦੀ ਗੱਲ ਜੇ ਮੈਂ ਕਰਾਂ ਤਾਂ ਜੰਗ ਸ਼ਬਦ ਹੀ ਕੈਸਾ ਆ ਵੀ ਜੇ ਕਹਿ ਦਈਏ ਨਾ, ਸਭ ਤੋਂ ਜ਼ਿਆਦਾ ਜਿਹੜੀ ਆ ਵਿਫਤਾ ਜਿਹੜੀ ਹੁੰਦੀ ਆ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜਾ ਆ ਭੱਜ ਨੱਠ ਜਿਹੜੀ ਹੁੰਦੀ ਆ ਉਹ ਆਰਮੀ ਨੂੰ ਪੈ ਜਾਂਦੀ ਹੈ। ਹਾਲਾਂਕਿ ਜਦ ਵੀ ਕੋਈ ਗੱਲਾਂ ਤੁਰਦੀਆਂ ਨੇ ਵੀ ਹਾਂ ਵੀ ਮਾੜੀ ਮੋਟੀ ਜੀ 19-21 ਹੋ ਗਈ ਦੇਸ਼ ਦੇ ਵਿੱਚ, ਤਾਂ ਕਹਿ ਦਿੰਦੇ ਨੇ ਕਿ ਆਮ ਤੌਰ 'ਤੇ ਗੱਲ ਆਪਾਂ ਅਕਸਰ ਸੁਣਦੇ ਹਾਂ, ਸੋਸ਼ਲ ਮੀਡੀਆ 'ਤੇ ਵੀ ਅਕਸਰ ਸੁਣਦੇ ਹਾਂ ਕਿ ਜੰਗ ਲਗਾ ਦਿਓ ਜੀ, ਕਿ ਜੰਗ ਲੱਗਣੀ ਸੱਚਮੁੱਚ ਦੇ ਵਿੱਚ ਇੰਨੀ ਸੌਖੀ ਹੁੰਦੀ ਹੈ। ਪਰ ਜਿਹੜੇ ਆਰਮੀ ਵਾਲੇ ਹੁੰਦੇ ਨੇ, ਜਿਹੜੇ ਸੈਨਿਕ ਹੁੰਦੇ ਨੇ, ਜਿਹੜੇ ਆਰਮੀ 'ਚੋਂ ਰਿਟਾਇਰ ਹੁੰਦੇ ਨੇ, ਉਹਨਾਂ ਨੇ ਲੜਾਈਆਂ ਅੱਖੀਂ ਦੇਖੀਆਂ ਹੁੰਦੀਆਂ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਜੰਗ ਲੱਗਣੀ, ਜੰਗ ਹੰਢਾਉਣੀ, ਪਿੰਡੇ 'ਤੇ ਹੰਢਾਉਣੀ ਕਿੰਨੀ ਕੁ ਔਖੀ ਹੈ, ਕਿੰਨੀ ਕੁ ਸੌਖੀ ਹੈ। ਚਾਹੇ ਉਹ ਇੰਡੀਆ ਦੀ ਫੌਜ ਹੋਵੇ, ਚਾਹੇ ਕਿਸੇ ਵੀ ਦੇਸ਼ ਦੀ ਫੌਜ ਹੋਵੇ, ਜੰਗ ਹਰ ਇੱਕ ਦੇਸ਼ ਵਾਸਤੇ ਜਿਹੜੀ ਹੈ ਕਿਤੇ ਨਾ ਕਿਤੇ ਬਹੁਤ ਵੱਡਾ ਬਰਬਾਦੀ ਦਾ ਘਰ ਵੀ ਲੈ ਕੇ ਆਉਂਦੀ ਹੈ।
ਕਿੰਨੇ ਸਾਲ ਉਸ ਜਗ੍ਹਾ ਤੇ ਜਿਹੜੀਆਂ ਨੇ ਕੋਈ ਫਸਲਾਂ ਨਹੀਂ ਹੁੰਦੀਆਂ, ਜਿੱਥੇ ਬੰਬਾਰੀ ਹੋ ਜਾਵੇ, ਉੱਥੇ ਪੈਦਾਵਾਰ ਨਹੀਂ ਹੁੰਦੀ ਕਿਸੇ ਚੀਜ਼ ਦੀ, ਬਹੁਤ ਔਖਾ ਹੁੰਦਾ ਆ। ਪਰ ਅੱਜ ਉਸੇ ਚੀਜ਼ ਦਾ ਇੱਕ ਛੋਟਾ ਜਿਹਾ ਜਿਹੜਾ ਮੈਂ ਇੰਟਰਵਿਊ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਆ। ਮੇਰੇ ਨਾਲ ਬਲਵਿੰਦਰ ਸਿੰਘ ਮੰਡੇਰ ਜੀ ਹੋਣਗੇ, ਜਿਨ੍ਹਾਂ ਨੇ ਐਸੀਆਂ ਹੀ ਕਾਫੀ ਚੀਜ਼ਾਂ ਜਿਹੜੀਆਂ ਨੇ ਆਪਣੇ ਪਿੰਡੇ ਤੇ ਹੰਢਾਈਆਂ ਨੇ। ਕਈ ਚੀਜ਼ਾਂ ਐਸੀਆਂ ਵੇਖੀਆਂ ਨੇ ਜਿਹੜੀਆਂ ਜਦ ਅਸੀਂ ਸੁਣੀਆਂ ਸੀ, ਸਾਡੇ ਵੀ ਇੱਕ ਵਾਰ ਤਾਂ ਰੋਂਗਟੇ ਖੜੇ ਹੁੰਦੇ ਸੀ ਕਿ ਕੀ ਸੱਚਮੁੱਚ ਦੇ ਵਿੱਚ ਇੱਦਾਂ ਵੀ ਹੁੰਦਾ ਆ ਆਰਮੀ ਦੇ ਵਿੱਚ। ਮੇਰੇ ਨਾਲ ਬਲਵਿੰਦਰ ਸਿੰਘ ਮੰਡੇਰ ਨੇ। ਭਾਈ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਹਾਂ, ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ, ਸਿਹਤ ਸਤਿ ਕਿਵੇਂ ਸ਼੍ਰੀ ਹੈ? ਅਕਾਲ ਜੀ, ਬਹੁਤ ਵਧੀਆ ਜੀ। ਅੱਛਾ ਸਰ, ਕਿੰਨੀ ਹੁਣ ਉਮਰ ਕਿੰਨੀ ਹੈ ਆਪਣੀ, ਤੇ ਕਿੰਨੇ ਸਾਲ ਸਰਵਿਸ ਕੀਤੀ ਹੈ ਫਿਰ ਆਰਮੀ 'ਚ? 51 ਮੇਰੀ ਏਜ ਹੋ ਗਈ ਆ ਹੁਣ। 52 ਸਾਲ। ਹਾਂਜੀ, ਮੈਂ 17.5 ਸਾਲ ਦੀ ਏਜ ਵਿੱਚ ਫੌਜ ਜੁਆਇਨ ਕੀਤੀ ਸੀਗੀ। 17.5 'ਚ? ਬਹੁਤ ਛੋਟੀ ਉਮਰ 'ਚ ਕੀਤੀ ਹਾਂ, ਸੀ। ਹਾਂਜੀ, ਜਦ ਕਿ 6 ਮਹੀਨੇ ਮੈਂ ਪਰਮਿਸ਼ਨ ਲਈ ਸੀਗੀ, ਜਦ ਕਿ 18 ਸਾਲ ਦਾ ਬੰਦਾ ਫੌਜ ਵਿੱਚ ਹੁੰਦਾ ਸੀਗਾ। ਹਾਂ, ਉਹ 17.5 ਦੀ? 17.5 ਵਿੱਚ ਸਾਰਿਆਂ ਨਾਲੋਂ ਛੋਟਾ ਸੀਗਾ ਮੈਂ ਉਸ ਟਾਈਮ ਤੇ। ਮੈਨੂੰ ਸਾਰੇ ਛੋਟੂ ਕਹਿੰਦੇ ਹੁੰਦੇ ਸੀ ਇੱਥੇ। ਅੱਛਾ। ਹਾਂਜੀ, ਉਸ ਤੋਂ ਬਾਅਦ ਵਿੱਚ ਇੱਕ ਇੱਦਾਂ ਦਾ ਹੀ ਮੇਰਾ ਮਤਲਬ ਉਹ ਸੀਗਾ ਵੀ ਆਪਦੇ ਦੇਖਣ 'ਚ ਵੀ ਜਾਂ ਕੁਛ ਵੀ ਦੌੜ ਮੈਂ ਦੌੜ ਤੇ ਮੈਂ ਅਹਿਮੀਅਤ ਰੱਖਦਾ ਸੀ ਜ਼ਿਆਦਾ। ਵੀ ਅੱਛਾ। ਜੋ ਇੱਥੇ ਵੀ ਪਿੰਡ ਦੌੜਦਾ ਰਿਹਾ ਤਾਂ ਮੇਰੇ ਮਨ 'ਚ ਇਹੀ ਚੀਜ਼ ਆ ਵੀ ਫੌਜ ਹੋਇਆ ਜਾਵੇ। ਹਾਂ, ਵੀ ਫੌਜ 'ਚ ਕਿਉਂ ਨਾ ਵੀ ਦੇਸ਼ ਦੀ ਰਾਖੀ ਕੀਤੀ ਜਾਵੇ, ਦੇਸ਼ ਦੇ ਖਾਤਰ ਮਤਲਬ ਕੁਛ ਨਾ ਕੁਛ ਆਪ ਨੂੰ ਕਰਨਾ ਜਾਵੇ। ਹਰ ਬੰਦਾ ਨੌਕਰੀ ਕਰਦਾ, ਹਰ ਬੰਦੇ ਦੀ ਚਾਹਤ ਹੁੰਦੀ ਆ ਵੀ ਕੋਈ ਬੰਦਾ ਕੋਈ ਮਹਿਕਮੇ 'ਚ ਕਰਦਾ, ਕੋਈ ਕਿਸ ਮਹਿਕਮੇ 'ਚ ਕਰਦਾ। ਬਿਲਕੁਲ। ਲੇਕਿਨ ਮੇਰੀ ਇੱਕ ਇਹ ਚਾਹਤ ਸੀ ਪਹਿਲਾਂ ਤੋਂ ਵੀ ਸਾਡੇ ਕੋਈ ਖਾਨਦਾਨ ਦੇ ਵਿੱਚ ਫੌਜ ਦੇ ਵਿੱਚ ਨਹੀਂ ਆ, ਅੱਛਾ। ਵੀ ਮੈਨੂੰ ਇਸ ਚੀਜ਼ ਦੇ ਵਿੱਚ ਦਿਖਣਾ। ਪਰ ਤੁਹਾਨੂੰ ਮਤਲਬ ਕਿ ਅੰਦਰੋਂ ਚਿਣਗ ਜੀ ਉੱਠੀ ਵੀ ਮੈਂ ਫੌਜ 'ਚ ਜਾਣਾ? ਹਾਂ, ਜਦ ਕਿ ਮੈਂ ਕਿਤੇ ਫੌਜੀ ਨਾਲ ਗੱਲਬਾਤ ਕਰਦਾ ਸੀ, ਮੇਰੇ ਮਨ ਵਿੱਚ ਚਾਹਨਾ ਇਹੋ ਸੀ ਵੀ ਮੈਂ ਫੌਜ ਵਿੱਚ ਹੋਣਾ ਤਾਂ ਹੋਣਾ। ਮਨ ਵਿੱਚ ਇਹੋ ਮੇਰੇ ਤੰਨਾ ਰਹੀ ਜਦ ਤੱਕ ਲੱਗੀ ਰਹੀ। ਜਦ ਮੈਂ 8ਵੀਂ 'ਚ ਪੜ੍ਹਦਾ ਸੀਗਾ, ਜਦ ਮੇਰੀ ਸਕੂਲ ਦੇ ਵਿੱਚ ਆਰਮੀ ਆ ਕੇ ਬੈਠਦੀ ਸੀ, ਮੈਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਦਿਲਚਸਪੀ ਲੈਂਦਾ ਸੀ। ਹਾਂ, ਜਦ ਕਿ ਉਸ ਉਮਰ ਵਿੱਚ ਬੰਦੇ ਨੇ ਕੀ ਦਿਲਚਸਪੀ ਲੈਣੀ, ਤਾਂ ਘਰ ਦੇ ਵੀ ਮੋੜਦੇ ਨੇ ਵੀ ਬਈ ਜੰਗ ਲੱਗੂਗੀ, ਐਂ ਹੋਊਗਾ, ਉਹ ਹੋਊਗਾ। ਪਰ ਇੱਕ ਮਨ ਇਦਾਂ ਦਾ ਬਣਾ ਕੇ ਉਹ ਮੇਰਾ 9 ਮਹਾਰ ਸੀਗੀ ਯੂਨਿਟ, ਜੋ ਉਸ ਟਾਈਮ ਦੇ ਵਿੱਚ ਸਾਡੇ ਹਾਈ ਸਕੂਲ ਨਸਰਾਲੀ ਦੇ ਵਿੱਚ ਆ ਕੇ ਬੈਠੇ ਸੀਗੇ। ਉਹਨਾਂ ਦੇ ਕਮਾਂਡਰ ਨਾਲ ਮੇਰੀ ਗੱਲਬਾਤ ਹੋਈ। ਉਹ ਕਹਿੰਦਾ ਬੇਟਾ ਵੀ ਬਾਹਰੋਂ ਦੇਖ ਕੇ ਤਾਂ ਬਹੁਤ ਚੰਗਾ ਲੱਗਦਾ, ਵੀ ਦੇਖਣ ਨੂੰ ਲੱਗਦਾ ਵੀ ਆਰਮੀ ਇੱਦਾਂ ਵੀ ਬਹੁਤ ਕਸ਼ਟਾਂ ਝੱਲਣੇ ਪੈਂਦੇ ਨੇ। ਮੈਂ ਕਿਹਾ ਜੀ ਜੇ ਤੁਸੀਂ ਚੱਲਿਆ ਤਾਂ ਮੈਂ ਵੀ ਚੱਲਾਂਗਾ। ਅੱਛਾ, ਤੁਸੀਂ ਇਹ ਗੱਲ ਕਹੀ ਵੀ ਇੱਦਾਂ ਦਾ ਮਨ ਬਣਾਇਆ, ਜਿੱਦਾਂ ਹੀ ਮੇਰੀ ਮਤਲਬ ਉਹਨਾਂ ਨੇ ਸਪੋਰਟ ਕੀਤੀ। ਉਸ ਤੋਂ ਬਾਅਦ ਵਿੱਚ ਮੈਂ ਭਰਤੀ ਹੋ ਗਿਆ। 88 ਵਿੱਚ ਮੈਂ ਹੋ ਗਿਆ 15 ਦਸੰਬਰ 89 ਦੇ ਵਿੱਚ ਮੈਂ ਕਸਮ ਖਾਧੀ ਸੀਗੀ। ਅੱਛਾ। ਮੈਂ ਰਾਮਗੜ੍ਹ ਰਾਂਚੀ ਬਿਹਾਰ ਦੇ ਵਿੱਚ ਡਿਊਟੀ ਕੀਤੀ 9 ਮਹੀਨੇ। 9 ਮਹੀਨੇ ਸ਼ੁਰੂਆਤ ਦੇ? ਸ਼ੁਰੂਆਤ 17.5 ਸਾਲ ਦੀ ਜਦ ਉਮਰ ਸੀ? ਹਾਂਜੀ। ਅੱਛਾ, ਉਸ ਤੋਂ ਬਾਅਦ ਤੁਸੀਂ ਉੱਥੇ ਲਗਾਏ? ਹਾਂਜੀ। ਅੱਛਾ, ਜਦ ਆਪਾਂ ਚੱਲਦੇ ਦੀ ਗੱਲ ਕਰਦੇ, ਜਦੋਂ ਤੁਸੀਂ ਛੋਟੇ ਸੀਗੇ 17.5 ਸਾਲ ਦੇ ਸੀ ਬਲਵਿੰਦਰ ਸਿੰਘ ਜੀ, ਫਿਰ ਉਹ ਪਰਿਵਾਰ ਦੇ ਵਿੱਚ ਜਿਵੇਂ ਕਿ ਕੋਈ ਪਹਿਲਾਂ ਸੀਗਾ ਵੀ ਨਹੀਂ ਫੌਜੀ, ਬਿਲਕੁਲ ਨਹੀਂ। ਤੇ ਫਿਰ ਘਰਦਿਆਂ ਨੇ ਰੋਕਿਆ ਨਹੀਂ ਵੀ ਨਹੀਂ ਇੱਧਰ ਕੰਮ ਨਹੀਂ ਜਾਣਾ? ਇਹੋ ਗੱਲ ਕਹੀ ਸੀ ਵੀ ਦੇਖ ਕੇ ਪੈਰ ਪੱਟੇ ਵੀ ਜੇ ਕਦੇ ਇਹ ਨਾ ਹੋਵੇ ਤੂੰ ਭੱਜਿਆ ਆਵੇਂ ਫੌਜ 'ਚੋਂ, ਮੁੜ ਕੇ ਨਹੀਂ ਆਉਣਾ। ਬਈ ਮੁੜ ਕੇ ਨਹੀਂ ਆਉਣਾ, ਜੇ ਤਾਂ ਆਪਦਾ ਮਨ ਪੂਰਾ ਧਾਰ ਲਈ ਇਸ ਚੀਜ਼ ਤੇ। ਲੇਕਿਨ ਮਨ ਨੇ ਮੇਰੇ ਅੰਦਰੋਂ ਗਵਾਹੀ ਇਹੋ ਚੀਜ਼ ਦਿੱਤੀ ਵੀ ਜੇ ਹਾਂ ਕਰਤੀ ਤਾਂ ਹਾਂ ਹੀ ਰਹੂਗੀ, ਚਾਹੇ ਕੁਝ ਵੀ ਹੋ ਜਾਵੇ। ਕਿੰਨੇ ਸਾਲ ਦੀ ਦੇਖਿਆ ਜਾਵੇ ਤਾਂ ਕਿੰਨੇ ਸਾਲ ਨੌਕਰੀ ਕੀਤੀ ਹੈ ਕੁੱਲ ਫਿਰ ਸਰਵਿਸ ਆਰਮੀ ਦੇ ਵਿੱਚ? 16 ਸਾਲ 25 ਦਿਨ। 16 ਸਾਲ 25 ਦਿਨ। ਕਦੇ ਐਂ ਤਾਂ ਨਹੀਂ ਹੋਇਆ ਵੀ ਇਹ 16 ਸਾਲ ਦੇ ਵਿੱਚ ਕਦੇ ਮਨ ਅੱਕ ਗਿਆ ਹੋਵੇ ਯਾਰ ਮੁੜ ਚੱਲਦੇ ਆ ਮਨਾ? ਬਿਲਕੁਲ ਨਹੀਂ ਹੋਇਆ ਹੈਗਾ, ਲੇਕਿਨ ਹਰ ਕਠਿਨਾਈ ਦਾ ਸਾਹਮਣਾ ਵੀ ਕੀਤਾ, ਹਰ ਮਿਲੀਟੈਂਟ ਨਾਲ ਵੀ ਲੜੇ ਆ, ਹਰ ਜਗ੍ਹਾ ਤੇ ਗੋਲੀਆਂ ਵੀ ਲੱਗੀਆਂ ਨੇ। ਲੇਕਿਨ ਉਹ ਇਮਾਨਦਾਰੀ ਇੱਕ ਦਿਲ ਦੇ ਵਿੱਚ ਬੜੀ ਰਹੀ ਵੀ ਜੇ ਅਸੀਂ ਇਸ ਦੇਸ਼ ਦੇ ਖਾਤਰ ਕੁਛ ਆਇਆ ਕਰਕੇ ਤਾਂ ਕਰਕੇ ਹੀ ਜਾਵਾਂਗੇ। ਨਾਲ ਦੇ ਬੰਦੇ ਸ਼ਹੀਦ ਹੋਏ ਨੇ, ਪਰ ਦਿਲ ਨੇ ਵੀ ਇਹ ਗੱਲ ਦੀ ਖਰਾਈ ਦਿੱਤੀ ਵੀ ਜੇ ਇਹ ਫੌਜ ਦੇ ਵਿੱਚ ਹੋ ਕੇ ਸ਼ਹੀਦ ਹੋ ਗਿਆ ਵੀ ਫਿਰ ਮੈਂ ਜੇ ਹੋ ਜਾਵਾਂ ਮੇਰਾ ਕੀ ਹੋਊ। ਵੀ ਬਲਵਿੰਦਰ ਸਿੰਘ ਦੇ ਕਿਉਂਕਿ ਜਦ ਕਹਿੰਦੇ ਫੌਜ ਦੇ ਵਿੱਚ ਬੰਦਾ ਜਾਂਦਾ ਨਾ, ਬੜੇ ਪਰਿਵਾਰ ਇੱਕ ਸਾਂਝ ਬਣ ਜਾਂਦੀ ਹੈ, ਇੱਕ ਪਰਿਵਾਰ ਬਣ ਜਾਂਦਾ ਉੱਥੇ ਜਾ ਕੇ ਵੀ ਨਵਾਂ, ਹਨਾ? ਤੁਹਾਡੇ ਵੀ ਕਾਫੀ ਪਰਿਵਾਰ ਦੇ ਭਰਾ ਬਣੇ ਹੋਣਗੇ, ਪਰ ਅਗਲੇ ਦਿਨ ਸ਼ਹੀਦ ਹੋ ਗਏ ਹੋਣਗੇ। ਬਹੁਤ ਹੀ ਬਹੁਤ। ਨਾਲ ਬਿਸਤਰੇ ਸੀ, ਨਾਲ ਰਹਿੰਦੇ ਸੀਗੇ ਜਿਹੜੇ ਬੰਦੇ ਅੱਖਾਂ ਸਾਹਮਣੇ ਮੀਚ ਗਏ। ਜਦ ਕਿ ਮੈਂ ਕੋਲੇ ਪੁੱਛਿਆ ਵੀ ਕੀ ਹੋ ਗਿਆ, ਬਸ ਉਹਨੇ ਕਿਹਾ ਵੀ ਮੈਂ ਹੈ ਨਹੀਂ, ਬਸ ਇੰਨੀ। ਉਹ ਦੋਏ ਵਰਡ ਬੋਲਦੇ ਸੀ ਉਹ, ਤੇ ਤੀਜੇ ਵਰਡ ਨੂੰ ਬਸ ਬੰਦਾ ਅੱਖਾਂ ਮੀਚ ਜਾਂਦਾ ਸੀਗਾ। ਉਸ ਤੋਂ ਬਾਅਦ ਜਦ ਅਸੀਂ ਉੱਥੋਂ ਡੈੱਡ ਬੋਡੀ ਵਗੈਰਾ ਲੈ ਕੇ ਜਾਂਦੇ ਸੀਗੇ ਪਿੰਡਾਂ ਦੇ ਵਿੱਚ, ਤਾਂ ਪਿੰਡਾਂ ਵਿੱਚ ਇਹ ਚੀਜ਼ ਹਾਹਾਕਾਰ ਮੱਚੀ ਵੀ ਸੀਗੀ ਵੀ ਫੌਜ ਵਿੱਚ ਆਏ ਹੋ ਗਿਆ। ਫਿਰ ਉਸ ਪਿੰਡ ਵਾਲਿਆਂ ਨੂੰ ਅਸੀਂ ਜਾ ਕੇ ਦੱਸਣਾ ਵੀ ਨਹੀਂ, ਇਹ ਮਾਰਿਆ ਨਹੀਂ ਗਿਆ, ਇੱਦਾਂ ਕਰਕੇ ਸ਼ਹੀਦ ਹੋਇਆ। ਇਹ ਸ਼ਹੀਦ ਦਾ ਦਰਜਾ ਬਹੁਤ ਉੱਚਾ। ਫਿਰ ਕਈ ਵਿੱਚ ਪਿੰਡਾਂ ਦੇ ਮੁਖੀ ਲੰਬੜਦਾਰ ਜਾਂ ਸਰਪੰਚ ਉਹਨਾਂ ਦੀ ਗੱਲਾਂ ਵਿੱਚ ਪਾਉਣੇ, ਫਿਰ ਉਹ ਪਿੰਡ ਤੱਕ ਜਾਂ ਗੱਲ ਪੂਰੀ ਕਰਨੀ, ਫਿਰ ਭੈਣਾਂ ਨੂੰ ਆਪਦੀਆਂ ਭੈਣਾਂ ਸਮਝਣਾ, ਫਿਰ ਉਹਨਾਂ ਨਾਲ ਅਸੀਂ ਇੱਦਾਂ ਦਾ ਵਾਸਤਾ ਪੈਦਾ ਕਰਨਾ ਵੀ ਲੋਕਾਂ ਦੇ ਹੁਣ ਤੱਕ ਮੈਨੂੰ ਫੋਨ ਆਉਂਦੇ ਨੇ ਬੰਦੇ ਸ਼ਹੀਦ ਹੋਏ ਹੋਏ ਨੇ, ਜਾਣੀ ਭੈਣਾਂ ਮਾਂ ਦੀ ਬਰਾਬਰ ਸਭ ਸਮਝਦੇ ਨੇ ਵੀ ਹਾਂ ਇਸ ਬੰਦੇ ਨੇ ਸਾਡੇ ਨਾਲ ਇੰਨਾ। ਅੱਛਾ, ਇੱਕ ਚੀਜ਼ ਮੈਂ ਸੁਣੀ ਹੈ ਬਲਵਿੰਦਰ ਸਿੰਘ ਜੀ ਵੀ ਕਹਿੰਦੇ ਵੀ ਆਰਮੀ ਦੇ ਵਿੱਚ ਭਰਤੀ ਹੋਣਾ ਚਲੋ ਕੋਈ ਵੱਡੀ ਗੱਲ ਨਹੀਂ, ਪਰ ਆਰਮੀ ਦੀ ਜਿਹੜੀ ਟ੍ਰੇਨਿੰਗ ਹੈ ਕਹਿੰਦੇ ਜਿਹੜਾ ਬੰਦਾ ਉਹ ਪਿੰਡੇ ਤੇ ਹੰਢਾ ਗਿਆ ਉਹ ਸਭ ਕੁਝ ਹੰਢਾ ਗਿਆ, ਐਡੀ ਸਖਤ ਹੁੰਦੀ ਹੈ। ਉਸ ਟਾਈਮ 'ਤੇ ਵੀ ਮਤਲਬ ਜੋ ਅਸੀਂ ਹੁਣ ਦੇਖਣ ਦੱਸਦਾ ਵੀ ਇੱਦਾਂ ਦਾ ਮਤਲਬ ਹਾਲਾਤ ਇੱਦਾਂ ਦੇ ਸੀਗੇ, ਜਾਂ ਇੱਦਾਂ ਟ੍ਰੇਨਿੰਗ ਇੰਨੀ ਸਖਤ ਹੁੰਦੀ ਆ ਕਿ ਬੰਦਾ ਜਾਣੀ ਭੁੱਲ ਜਾਂਦਾ ਜੀ, ਬਸ ਇੱਕ ਰੋਟੀ ਉਹ ਖਾਂਦਾ,
ਮੈਨੂੰ ਬੰਦਾ ਨੱਠਿਆ ਫਿਰਦਾ ਭੱਜਿਆ ਫਿਰਦਾ, ਬੰਦੇ ਨੂੰ ਇਹ ਲੱਗੀ ਹੁੰਦੀ ਆ ਵੀ ਮੈਂ ਰਗੂਟੀ ਕਰ ਜਾਵਾਂ, ਮੈਂ ਰਗੂਟੀ ਕਰ ਜਾਵਾਂ। ਪਰ ਗੱਲ ਕੀ, ਰਗੂਟੀ ਤਾਂ ਹੁੰਦੀ ਹੀ ਹੋਣੀ ਆ। ਤੇ ਫਿਰ ਉਹ ਦੌੜ ਭੱਜ ਇੰਨੀ ਹੁੰਦੀ ਆ, ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਕਠਿਨਾਈ ਆਉਂਦੀ ਆ। ਜੋ ਬੰਦਾ ਤਕੜਾ ਸਰੀਰ ਆ, ਬੰਦੇ ਦਾ ਮਨ ਇੱਕ ਬਣਿਆ ਵਾ ਬੰਦਾ, ਉਹ ਤਾਂ ਨਹੀਂ ਦੌੜਦਾ ਉੱਥੋਂ। ਬੰਦਾ ਜਿਹਦਾ ਘੱਟ ਦਿਲ ਆ, ਥੋੜ੍ਹੇ ਦਿਮਾਗ ਦਾ, ਕਿਸੇ ਦੇ ਸੋਚਣ ਤੇ ਵੀ ਯਾਰ ਭਾਜੋ, ਇੱਥੇ ਕੀ ਕਰਨਾ, ਆਪਾਂ ਜਾ ਕੇ ਹੋਰ ਨੌਕਰੀ ਕਰ ਲਾਂਗੇ। ਲੇਕਿਨ ਇੱਕ ਚਾਹਤ ਹੀ ਮਨ ਵਿੱਚ ਇਦਾਂ ਦੀ ਪਹਿਲਾਂ ਪੈ ਗਈ ਵੀ ਫੌਜ ਵਿੱਚ ਹੋਣਾ ਤਾਂ ਹੋਣਾ। ਤੇ ਉਹ ਫਿਰ ਘਰ ਤੋਂ ਵੀ ਬਹੁਤ, ਮੇਰੇ ਭਰਜਾਈ ਸੀਗੇ, ਉਹਨਾਂ ਨੇ ਮੈਨੂੰ ਬਹੁਤ ਦਲੇਰੀ ਦਿੱਤੀ ਇਸ ਬਾਬਤ। ਮੇਰੇ ਭਰਾ ਬਾਹਰ ਨੇ ਅੱਜ, ਇਹਨਾਂ ਨੇ ਮੈਨੂੰ ਬਹੁਤ ਦਲੇਰੀ ਦਿੱਤੀ ਇਸ ਚੀਜ਼ ਵਿੱਚ ਵੀ ਤੂੰ ਪਿੱਛੇ ਉਹ ਨਾ ਕਰੀ, ਤੇਰੇ ਪਿੱਛੇ ਸਭ ਕੁਛ ਅਸੀਂ ਹੈਗੇ ਆ। ਇਦਾਂ ਦੀ ਮਤਲਬ ਇੱਕ ਥਾਪ ਨਹੀਂ ਇਦਾਂ ਦੀ ਮੈਨੂੰ ਮਿਲੀ ਪਹਿਲਾਂ ਤੋਂ। ਤੇ ਉਹਦੇ ਮਤਲਬ ਫਿਰ ਮੈਂ ਉਹੀ ਉਹਦੇ ਉੱਪਰ ਚੱਲਿਆ ਤੇ ਅੱਜ ਇੱਥੇ ਇੰਨਾ ਕੁਛ ਆ ਮੇਰਾ ਸਾਰਾ ਕੁਛ। ਜਿਵੇਂ ਬਹੁਤ ਤੁਸੀਂ ਲੰਬੀ ਸਰਵਿਸ ਕਰ ਲਈ, ਜਿਵੇਂ ਕਿ 16.5 ਸਾਲ ਦੀ ਜਿਹੜੀ ਸਰਵਿਸ ਤੁਸੀਂ ਕਰ 17 ਸਾਲ ਦੇ ਲਵੇ ਲਾਉਣ ਦੇ ਪਾਈ ਜਾਂਦੀ ਹੈ, 17 ਸਾਲ 'ਚ ਪੈ ਜਾਂਦੀ ਹੈ, 16 ਸਾਲ ਵੀ। ਹਾਂਜੀ 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 ਦੱਸ ਰਹੇ ਹੋ ਵੀ ਬਹੁਤ ਲੰਬੀ ਸਰਵਿਸ ਕਰ ਲਈ। ਕਦੇ ਐਂ ਵੀ ਹੋਇਆ ਸੀਗਾ, ਵੈਸੇ ਦੇਖਿਆ ਜਾਵੇ ਜਿਵੇਂ ਹੁਣ ਤੁਸੀਂ ਲੜਾਈਆਂ ਵੀ ਕਾਫੀ ਲੜੀਆਂ ਨੇ, ਤੁਸੀਂ ਦੱਸਿਆ ਵੀ ਟੱਕਰੇ ਵੀ ਕਈ ਵਾਰ ਵਿਰੋਧੀ ਨਾਲ ਸਿੱਧੇ ਹੀ ਟੱਕਰੇ ਹੋ ਜਾਂਦੇ ਸੀਗੇ। ਫਰਕ ਹੈ ਹੁਣ ਬਾਰਾਮੂਲਾ ਸੀ, ਬਾਰਾਮੂਲਾ ਤਾਂ ਹਾਲਾਤ ਬਹੁਤ ਗੰਦੇ ਸੀਗੇ ਉਸ ਟਾਈਮ ਤੇ। ਅੱਛਾ। ਇੰਨਾ ਮਿਲੀਟੈਂਟ ਸੀਗਾ ਕਿ ਲੋਕਾਂ ਨੂੰ ਤੰਗ ਕਰਿਆ ਜਾਂਦਾ ਸੀ, ਬਹੁਤ ਕਰਿਆ ਜਾਂਦਾ ਸੀ, ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾਂਦੀ ਸੀਗੀ। ਲੇਕਿਨ ਉਹ ਚੀਜ਼ ਤੋਂ ਅਸੀਂ ਇਹ ਚੀਜ਼ ਸੋਚਿਆ ਵੈਸੇ ਵੀ ਆਪਣੇ ਘਰ ਵਿੱਚ ਤਲਾਸ਼ੀ ਕਰ ਲਈ, ਜਿਹੇ ਜੀ ਉਹਨਾਂ ਦੇ ਘਰਾਂ 'ਚ ਜਾ ਕੇ ਅਸੀਂ ਤਲਾਸ਼ੀ ਕਰ ਲਈ। ਅਸੀਂ ਉਹ ਚੀਜ਼ ਮੱਦੇ ਨਜ਼ਰ ਰੱਖਦੇ ਸੀ ਪਹਿਲਾਂ ਵੀ ਇਹਨਾਂ ਲੋਕਾਂ ਦਾ ਨੁਕਸਾਨ ਨਾ ਹੋਵੇ। ਕੱਲ੍ਹ ਨੂੰ ਲੋਕ ਸਾਡੇ ਤੇ ਨਾ ਕਹਿਣ ਵੀ ਸਾਡੇ ਧੀਆਂ ਭੈਣਾਂ ਦੇ ਅੰਦਰ ਸਾਨੂੰ ਫੌਜ ਨੇ ਇੱਦਾਂ ਕਰਿਆ। ਲੇਕਿਨ ਬਹੁਤ ਆਪਦੇ ਆਪ ਨੂੰ ਮਿਸਰ ਕਰਕੇ ਆਪਣਾ ਘਰ ਸਮਝ ਕੇ ਅਗਲੇ ਦੀ ਤਲਾਸ਼ੀ ਲੈਣੀ। ਪਰ ਜਦੋਂ ਆਪਦੇ ਹੱਡ ਬੀਤੀ ਸਾਰੀ ਸੁਣਾਉਂਦੇ ਸੀਗੇ ਵੀ ਸਾਡੇ ਨਾਲ ਆਏ ਮਿਲੀਟੈਂਟ ਆਏ, ਸਾਡੇ ਆਪਣੇ ਆਪ ਲੂੰ ਖੜੇ ਹੁੰਦੇ ਸੀ ਵੀ ਯਾਰ ਇੱਦਾਂ ਕਿਉਂ ਕਰਦੇ ਨੇ ਲੋਕ। ਇਹ ਜੇ ਆਪ ਮਿਲੀਟੈਂਟ ਕਰਦੇ ਜਾਂ ਕੁਛ ਕਰਦੇ ਨੇ, ਬਾਹਰ ਲੋਕਾਂ ਨੂੰ ਹੋਰਾਂ ਨੂੰ ਕੋਈ ਲੀਡਰਾਂ ਨੂੰ ਤੰਗ ਕਰਨ, ਪਰ ਇਹਨਾਂ ਵਿਚਾਰੇ ਗਰੀਬਾਂ ਨੂੰ ਕਿਉਂ ਤੰਗ ਕਰਦੇ ਨੇ। ਪਰ ਗੱਲ ਕੀ, ਉਹ ਲੋਕ ਇਹ ਚੀਜ਼ ਦੇ ਉੱਪਰ ਸੀਗੇ ਵੀ ਸਰਕਾਰ ਇੱਧਰ ਨੂੰ ਹੋਵੇ ਜਾਂ ਲੋਕਾਂ ਦੇ ਆਵਾਜ਼ ਉਠਾਓ ਇੱਦਾਂ ਦੀ ਵੀ ਜਿਹੜੀ ਫੌਜ ਨੂੰ ਬਦਨਾਮ ਕਰੇ। ਪਰ ਫੌਜ ਬਦਨਾਮ ਨਹੀਂ ਹੋਈ ਜੀ, ਕਿਉਂਕਿ ਅਸੀਂ ਗਲਤ ਕੰਮ ਕੀਤਾ ਨਹੀਂ, ਅਸੀਂ ਕਿਵੇਂ ਬਦਨਾਮ ਹੋ ਜਾਾਂਗੇ। ਜਾਣ ਬੁੱਝ ਕੇ ਗਲਤ ਕੰਮ ਕਰਾਉਣ ਦੀ ਕਿਹਾ ਜਾਵੇ ਵੀ ਮਿਲਟਰੀ ਨੂੰ ਖਰਾਬ ਕਰਨ ਵਾਸਤੇ ਵੀ ਅਸੀਂ ਨੀਚਾ ਦਿਖਾਈਏ। ਲੇਕਿਨ ਮਿਲਟਰੀ ਇਹ ਚੀਜ਼ ਤੇ ਨਹੀਂ ਹੈ ਬਿਲਕੁਲ। ਇਹ ਤਾਂ ਵੀ ਸਾਫ਼ ਹੈ ਨਾ ਇਹ ਚੀਜ਼ ਦੇ ਉੱਪਰ। ਇੱਕ ਹਰ ਬੰਦੇ, ਹਰ ਗਰੀਬ ਦੀ ਰਮਜ ਨੂੰ ਜਾਣਦੇ ਆ ਮਿਲਟਰੀ। ਇਹ ਹਰ ਧੀ ਭੈਣ ਦਾ ਦਰਜਾ ਦਿੰਦੀ ਆ ਮਿਲਟਰੀ। ਲੇਕਿਨ ਹੋਰ ਕੋਈ ਨੌਕਰੀਆਂ ਦਾ ਮੈਂ ਕਹਿ ਨਹੀਂ ਸਕਦਾ। ਜਿੱਥੇ ਮੈਂ ਨੌਕਰੀ ਕੀਤੀ ਆ ਮੈਂ ਉਹਦੇ ਵਿੱਚ ਮੈਂ ਉਹਨਾਂ ਦਾ ਬਹੁਤ ਉਹ ਹਾਂ। ਸਾਨੂੰ ਪਹਿਲਾਂ ਤੋਂ ਹੀ ਗੁੜਤੀ ਦਿੱਤੀ ਜਾਂਦੀ ਆ ਵੀ ਕੋਈ ਕਿਤੇ ਜਾਣਾ, ਕਿਸੇ ਘਰ ਵਿੱਚ ਜਾਣਾ, ਜਾਂ ਤੁਸੀਂ ਆਪਾਂ ਇੱਕ ਸਰਕਾਰ ਵੱਲੋਂ ਆਰਡਰ ਆ ਵੀ ਇਹਨਾਂ ਦੇ ਘਰ ਦੀ ਤਲਾਸ਼ੀ ਲੈਣੀ ਆ। ਲੇਕਿਨ ਆਪਾਂ ਉਹਨਾਂ ਦਾ ਸਮਾਨ ਤੋੜ ਭੰਨ ਦਈਏ ਤੇ ਫਿਰ ਆਪਣੇ ਮਤਲਬ ਅਗਲੇ ਦਾ ਕੀ ਹੋਊਗਾ। ਜੇ ਉਹੀ ਬੰਦੇ ਆਪਾਂ ਨੂੰ ਕੋਈ ਕਹੇ ਆਪਣੇ ਘਰੇ ਆ ਕੇ ਤੋੜ ਭੰਨ ਕਰਨ ਤੇ ਕਿੱਡੀ ਆਪਾਂ ਨੂੰ ਦੁੱਖ ਲੱਗੂਗੀ। ਫਿਰ ਉਹੀ ਚੀਜ਼ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਮਤਲਬ ਨਹੀਂ ਉਹ ਕਰੀ ਵਧੀਆ। ਅੱਛਾ, ਜਿਵੇਂ ਤੁਸੀਂ ਇੱਕ ਵਾਰ ਦੱਸ ਰਹੇ ਸੀ ਆਫ ਦਾ ਸਕਰੀਨ, ਆਪਾਂ ਅੰਦਰ ਬੈਠੇ ਗੱਲ ਕਰਦੇ ਸੀਗੇ, ਤੁਸੀਂ ਮੈਨੂੰ ਇੱਕ ਗੱਲ ਕਹੀ, ਕਹਿੰਦੇ ਵੀ ਜਦ ਤੁਸੀਂ ਪਹਾੜ ਜਦ ਅੱਧੀ ਰਾਤ ਨੂੰ ਹੁੰਦਾ ਸੀ, ਲਾਈਟਾਂ ਵੀ ਨਹੀਂ ਲਾਉਂਦੇ ਹੁੰਦੇ ਸੀਗੇ, ਵੀ ਮੈਪ ਤੁਹਾਡੇ ਕੋਲੇ ਹੁੰਦਾ ਸੀਗਾ ਨਾ, ਤੁਹਾਡੇ ਕੋਲ ਕੋਈ ਫੋਨ ਕੁਛ ਨਹੀਂ, ਤੁਸੀਂ ਗੱਲਬਾਤ ਵੀ ਕਿਸੇ ਨਾਲ ਕਰ ਨਹੀਂ ਸਕਦੇ, ਫਿਰ ਤੁਸੀਂ ਪਹਾੜ ਸਿੱਧੇ ਹੀ ਪਹਾੜ ਹੁੰਦੇ, ਚੜ੍ਹਦੇ ਕਿਵੇਂ ਹੁੰਦੇ ਸੀ ਫਿਰ? ਮਤਲਬ ਕੀ, ਸਾਡੇ ਕੋਲ ਰੱਸਿਆਂ ਵਾਲਾ ਦਾ ਸਾਰਾ ਸਿਸਟਮ ਹੁੰਦਾ ਸੀਗਾ। ਉਹ ਸਿਸਟਮ ਦੇ ਨਾਲੇ ਸਾਨੂੰ ਤਾਂ ਚੜ੍ਹਨਾ ਪੈਂਦਾ ਸੀਗਾ, ਕਿਉਂ ਜੇ ਅਸੀਂ ਲਾਈਟਾਂ ਲਾਉਂਦੇ ਆ ਜਾਂ ਹਰ ਚੀਜ਼ 'ਤੇ ਲਾਉਂਦੇ ਆ, ਫਿਰ ਤਾਂ ਉਹ ਦੂਰੋਂ ਖੜੇ ਬੰਦਿਆਂ ਨੂੰ ਨਜ਼ਰ ਆਊਗਾ ਵੀ ਇੱਥੇ ਤਾਂ ਮਿਲਟਰੀ ਆ ਗਈ ਆ, ਵੀ ਮਿਲਟਰੀ ਟਾਰਚਾਂ ਮਾਰਦੀ ਹੈ ਜਾਂ ਪਰੱਸੇ ਮਾਰਦੇ ਨੇ ਜਾਂ ਮਾਰਦੇ ਨੇ ਨਾ। ਸਾਈਲੈਂਸ ਰਹਿ ਕੇ ਸਾਰਾ ਕੰਮ ਕਰਨਾ ਪੈਂਦਾ ਇਹ। ਫਿਰ ਇਹ ਜਿਵੇਂ ਮੰਨ ਲਓ ਥੋੜ੍ਹੇ ਤੋਂ ਦੂਰ ਬੰਦਾ ਖੜਾ ਹੁੰਦਾ ਸੀਗਾ, ਫਿਰ ਉਹਨੂੰ ਗੱਲਾਂ ਕਿਵੇਂ ਦੱਸਦੇ? ਇਸ਼ਾਰੇ 'ਚ ਗੱਲ ਕਰਦੇ ਸੀ ਉਹਨਾਂ? ਫਿਰ ਆਪਦੇ ਬੰਦਿਆਂ ਦੇ ਕੋਡ ਵਰਡ ਨੇ ਜੀ ਉੱਥੇ ਸਾਰੇ ਆਪਣੇ। ਕੀ ਆ, ਆਪਣੇ ਕੋਲੇ ਸੈੱਟ ਫ੍ਰੀਕੁਐਂਸੀ ਲਾਈ ਹੁੰਦੀ ਸੀਗੀ ਹਰ ਬੰਦੇ ਕੋਲੇ, ਮਤਲਬ ਹਰ 10 ਬੰਦਿਆਂ ਬਾਅਦ ਸੈੱਟ ਹੁੰਦੀ ਸੀ। ਸੈੱਟ ਹੌਲੀ ਹੌਲੀ ਆਵਾਜ਼ ਕਰਦੀ ਸੀਗੀ ਉਹ ਆਵਾਜ਼, ਫਿਰ ਉਹਦੇ ਵਿੱਚ ਹੌਲੀ ਦੇ ਕੇ ਬੋਲ ਹੁੰਦਾ ਸੀਗਾ ਉਸ ਤਰੀਕੇ ਨਾਲ। ਹਾਂਜੀ 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 ਬਿਲਕੁਲ। ਕਿ ਐਂ ਵੀ ਤੀਜੇ ਬੰਦੇ ਨੂੰ ਪਤਾ ਨਹੀਂ ਲੱਗਦਾ ਸੀਗਾ ਵੀ ਇਹ ਗੱਲ ਕੀ ਕਰ ਗਏ ਨੇ। ਜੇ ਉੱਪਰ ਵੀ ਬੰਦਾ ਇੱਕ ਚੜ੍ਹ ਕੇ ਚਲਾ ਗਿਆ, ਉਹਨੂੰ ਉੱਪਰੋਂ ਹੌਲੀ ਦੱਸ ਦੇਣਾ ਵੀ ਮੈਂ ਠੀਕ ਠਾਕ ਪਹੁੰਚ ਗਿਆ, ਇਹੀ ਰਸਤੇ 'ਚ ਆ ਜਾਓ ਤੁਸੀਂ। ਬਸ ਉਹੀ ਰਸਤਾ ਅਪਣਾਇਆ ਹੁੰਦਾ ਜੀ ਜਿੱਥੇ ਤੁਸੀਂ ਸਾਰੇ ਫਿਰ ਚੜ੍ਹ ਕੇ ਤਾਂ ਚਲੇ ਜਾਂਦੇ ਸੀਗੇ। ਕਈ ਵਾਰ ਤੁਸੀਂ ਦੱਸਿਆ ਵੀ ਜਿਵੇਂ ਤੁਸੀਂ ਉਹ ਰੱਸੀਆਂ ਜੀ ਟਪਾ ਕੇ ਆਏ, ਜਿਵੇਂ ਟਰੈਕਿੰਗ ਹੁੰਦੀ, ਉਹ ਤੁਸੀਂ ਉੱਤਰ ਛੱਡਦੇ ਹੁੰਦੇ ਸੀਗੇ, ਉਹ ਕਿਵੇਂ ਕਰਦੇ ਹੁੰਦੇ ਸੀ ਫਿਰ? ਉਹਦਾ ਮਤਲਬ ਕਿ ਜੇ ਕੋਈ ਦਰਖਤ 'ਚ ਫਸ ਜਾਂਦੀ ਸੀਗੀ, ਹਾਂ, ਤੇ ਜ਼ਿਆਦਾ ਇਸ਼ਾਰਾ ਮਿਲ ਗਿਆ, ਜੇ ਆਪਾਂ ਇੱਕ ਵਾਰ ਚੜ੍ਹ ਗਏ ਤਾਂ ਜਾ ਕੇ ਉਹ ਦਰਖਤ ਤੱਕ ਪਹੁੰਚ ਚੁੱਕੇ ਹਾਂ। ਫਿਰ ਉਹ ਦਰਖਤ ਪਹਿਲਾਂ ਤਾਂ ਆਪਾਂ ਸੰਗਲੀ ਵਿੱਚ ਫਸਾਈ ਆ, ਜਦ ਆਪਾਂ ਜਾ ਕੇ ਦਰਖਤ ਨੂੰ ਹੀ ਕੋਈ ਰੱਸਾ ਪਾਤਾ ਜਾਂ ਆਪਾਂ ਹੇਠਾਂ ਨੂੰ ਪਾਤਾ, ਫਿਰ ਤਾਂ ਮਜ਼ਬੂਤ ਕੰਮ ਬਣ ਗਿਆ। ਫਿਰ ਉਹ ਦਰਖਤ ਤੱਕ ਤਾਂ ਹਰ ਇੱਕ ਬੰਦਾ ਪਹੁੰਚ ਜੂਗਾ। ਫਿਰ ਉਸ ਤੋਂ ਗਾਹਾਂ ਫੇਰ ਜਾਣਾ। ਕਿਤੇ ਨਿੱਕੀ ਮੋਟੀ ਪਹਾੜੀ ਥੋੜ੍ਹੀ ਹੁੰਦੀ ਹੈ, 3700 ਫੁੱਟ ਹਾਈਟ ਕਿਸੇ ਕਹਿ ਦੇਣਾ ਸੌਖਾ, ਨਿੱਕੀ ਮੋਟੀ ਗੱਲ ਨਹੀਂ ਹੈਗੀ। ਵੀ ਇੱਥੇ ਹੇਠਾਂ ਨਾਲੇ ਨੇ, ਜੇ ਪੈਰ ਚਲ ਗਿਆ ਨਾਲੇ 'ਚ ਜਾ ਪਊਗਾ, ਬੰਦਾ ਗਿਰ ਜੂਗਾ ਉੱਥੇ। ਫਿਰ ਰਾਤ ਨੂੰ ਕੀ ਦਿਖੂਗਾ ਕੀ ਨਹੀਂ ਕਰੂਗਾ ਕੀ ਪਤਾ, ਬੜੇ ਬੜੇ ਮੱਛ ਨੇ ਹੇਠਾਂ। ਫਿਰ ਤੁਸੀਂ ਬਿਨਾਂ ਲਾਈਟ ਦੇ ਚੜ੍ਹਦੇ, ਤੁਹਾਨੂੰ ਦਿਖਦਾ ਕਿਵੇਂ ਸੀ? ਵਿਜ਼ਨ ਕਿਵੇਂ ਤੁਹਾਨੂੰ ਕਲੀਅਰ ਕਿਵੇਂ ਹੁੰਦਾ ਸੀ ਅੱਧੀ ਰਾਤ ਨੂੰ? ਤੁਸੀਂ ਦੱਸਿਆ ਵੀ ਪਹਿਲਾਂ ਟਾਈਮ ਕਿਹੜਾ ਹੁੰਦਾ ਸੀ ਜਦ ਤੁਸੀਂ ਚੜ੍ਹਨਾ ਦਿਨ ਦੇ ਵਿੱਚ ਚੜ੍ਹਦੇ ਸੀ? ਨਾ ਨਹੀਂ, ਬਿਲਕੁਲ ਦਿਨੇ ਤਾਂ ਹਰਕਤ ਹੈ ਹੀ ਨਹੀਂ ਸੀ ਨਾ ਫੌਜ ਦੇ ਵਿੱਚ। ਉਸ ਇਲਾਕੇ ਵਿੱਚ ਦਿਨੇ ਹਰਕਤ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਕੋਈ ਮਿਲੀਟੈਂਟ ਬੈਠਾ ਜਾਂ ਕਿਸੇ ਪਾਸੇ ਤੁਹਾਡੇ 'ਤੇ ਫਾਇਰ ਮਾਰੂਗਾ, ਉਹ ਫਾਇਰ ਮਾਰੂਗਾ, ਤੁਹਾਨੂੰ ਆਪਣਾ ਖਤਰਾ ਵੀ ਹੋਊਗਾ। ਤੁਹਾਨੂੰ ਹਰ ਪਾਸੇ ਫੌਜ ਕੋਈ ਵੀ ਕਾਰਵਾਈ ਕਰਦੀ ਹੈ ਜਿਹੜੀ ਉਸ ਇਲਾਕੇ 'ਚ, ਜਿਹੜਾ ਇਲਾਕਾ ਉੱਦਾਂ ਦੇ ਇਲਾਕੇ ਦੇ ਵਿੱਚ ਰਾਤ ਨੂੰ ਹੀ ਕਾਰਵਾਈ ਹੁੰਦੀ ਆ। ਫਿਰ ਰਾਤ ਨੂੰ ਤੁਸੀਂ ਦੇਖਦੇ ਕਿਵੇਂ ਸੀਗੇ?
ਸਾਰਾ ਜਰੀਆ ਉਸ ਚੀਜ਼ ਦਾ ਹੁੰਦਾ ਸੀਗਾ, ਜਿਵੇਂ ਹੁਣ ਇੱਕ ਬੰਦਾ ਚਲਾ ਗਿਆ ਜਾਂ ਦੂਜਾ ਬੰਦਾ ਚਲਾ ਗਿਆ ਜਾਂ ਤੀਜਾ ਬੰਦਾ ਚਲਾ ਗਿਆ, ਉਹ ਪਹਿਲਾਂ ਜਾ ਕੇ ਲੋਕੇਸ਼ਨ ਦੇਖਦਾ ਸੀ ਵੀ ਇੱਥੇ ਕਿੱਦਾਂ ਦੇ ਹਾਲਾਤ ਆ, ਉੱਪਰ ਜਾ ਕੇ ਉੱਪਰ ਚਲਾ ਗਿਆ ਵੀ ਇੱਥੋਂ ਇੱਧਰ ਨੂੰ ਜਾਵਾਂਗੇ, ਕਰਦਾ ਸੀ ਵੀ ਕੀ ਹਾਂਜੀ 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 ਇੱਦਾਂ ਨਹੀਂ ਆ, ਮਤਲਬ ਵੀ ਆਪਦੀ ਵੀ ਜਿਵੇਂ ਕਹਿੰਦਾ ਰੈਕੀ ਕਰਨਾ, ਹਾਂ ਉਸ ਇਲਾਕੇ ਦੀ ਰੈਕੀ ਕਰਨਾ। ਅੱਛਾ ਰੈਕੀ ਦੇ ਨਾਲ ਹੀ ਬਾਕੀ ਫੌਜ ਸਾਰੀ ਜਾਂਦੀ, ਜੇ ਹੁਣ ਇੱਕ ਬੰਦਾ ਖੂਜ ਕਰ ਗਿਆ ਸਾਰੇ ਗਿਰ ਜਾਣਗੇ ਵਿੱਚ। ਹਾਂ ਹਾਂ ਇਦਾਂ ਦਾ ਨਹੀਂ ਹੈਗਾ ਸੀ ਕਾਰ, ਉਹਦੇ ਕੋਲ ਮੈਪ ਹੁੰਦਾ ਸੀ, ਜਿਹੜਾ ਚੰਗਾ ਅਖਵਾਉਂਦਾ ਸੀ ਮੈਪ ਦਾ ਮਾਹਰ, ਉਸ ਬੰਦੇ ਨੂੰ ਮੈਪ ਦਿੱਤਾ ਜਾਂਦਾ ਸੀ, ਬਾਕੀ ਵੀ ਜਾਣਦੇ ਹੁੰਦੇ ਸੀ ਸਾਰੇ। ਲੇਕਿਨ ਉਹ ਉੱਪਰ ਦੱਸਦਾ ਸੀ ਵੀ ਆ ਇੱਥੇ ਕਾ ਉਹ ਇੱਥੇ ਕਾ, ਉਹ ਉੱਥੇ ਖੜ ਜਾਂਦਾ ਸੀਗਾ, ਉੱਥੇ ਜਾ ਕੇ ਪਹੁੰਚ ਜਾਂਦੇ, ਫਿਰ ਉਦੋਂ ਗਾਹਾਂ ਉਹ 4 ਬੰਦੇ ਨਾਲ ਲੈ ਕੇ ਪਹਿਲਾਂ ਅਗਲਾ ਸਟੈਪ ਕਰਦਾ ਸੀਗਾ। ਤੁਹਾਡੀ ਜਿਵੇਂ ਬਟਾਲੀਅਨ ਤੁਸੀਂ ਦੱਸਿਆ 15 ਪੰਜਾਬ ਬਟਾਲੀਅਨ ਚ ਸੀ। 15 ਪੰਜਾਬ ਫਸਟ ਪਟਿਆਲਾ, ਮਹਾਰਾਜਾ ਰਜਿੰਦਰਾ ਸਿੱਖ ਬਾਬਾ ਆਲਾ ਸਿੰਘ ਦੀ ਪਹਿਲਾਂ ਫਸਟ ਪਟਿਆਲਾ 1705 ਵਿੱਚ ਖੜੀ ਕੀਤੀ ਸੀ ਇਹ ਪਟਿਆਲਾ ਵਿੱਚ ਜੀ। ਬਾਬਾ ਜੀ ਉਦੋਂ ਸਿਰਫ 18 ਬੰਦੇ ਸੀਗੇ ਇਸ ਪਲਟਨ ਦੇ ਵਿੱਚ। ਜਦੋਂ ਰੌਲਾ ਪੈ ਗਿਆ ਸਰਕਾਰਾਂ ਦੇ ਨਾਲ, ਜਦੋਂ ਹੋ ਗਿਆ ਵੀ ਉਹਨਾਂ ਨੇ ਆਪਣਾ ਨਾਂ ਉਹ ਕਰਿਆ ਵੀ ਮਤਲਬ ਨਹੀਂ ਉਹ ਕਰਨਾ ਵੀ ਅਸੀਂ ਤਾਂ ਸਰਕਾਰ ਦੇ ਅੰਡਰ ਕਰਨੀ ਹੈ ਇਹ ਸਾਡੇ, ਫਿਰ ਮਹਾਰਾਜਾ ਬਾਬਾ ਰਜਿੰਦਰ ਸਿੱਖ ਔਰ ਬਾਬਾ ਆਲਾ ਸਿੰਘ ਇਹਨਾਂ ਨੇ ਫਿਰ ਇਸ ਚੀਜ਼ ਦੇ ਆਵਾਜ਼ ਆਈ ਵੀ ਸਾਡਾ ਨਾਂ ਚੱਲੂਗਾ ਇਹਦੇ ਵਿੱਚ। ਫਿਰ ਉਹ ਕਹਿੰਦੇ ਵੀ ਠੀਕ ਆ, ਅਸੀਂ ਪਹਿਲਾਂ ਠੀਕ ਇਹਦਾ ਨਾਂ ਸੀ ਫਸਟ ਪੰਜਾਬ, ਮਤਲਬ ਫਸਟ ਦੇ ਉੱਪਰ ਦਿੱਤੀ ਫਸਟ ਪਟਿਆਲਾ। ਫਿਰ ਉਹਨਾਂ ਨੇ ਆਪਦਾ ਨਾਂ ਦਿੱਤਾ ਇਹਨਾਂ ਨੇ 15 ਪੰਜਾਬ। 15 ਪੰਜਾਬ ਬ੍ਰੈਕਟ ਵਿੱਚ ਤਾਂ ਹੀ ਪਟਿਆਲਾ ਅਸੀਂ ਪਾਉਂਦੇ ਹਾਂ। ਫਿਰ ਅਗਲੇ ਬੰਨੇ ਸਾਰੀ ਹਿਸਟਰੀ ਇਹਨਾਂ ਦੀ ਉਹ ਆ। ਫਸਟ ਰਜਿੰਦਰਾ ਸਿੱਖ ਬਾਬਾ ਆਲਾ ਸਿੰਘ ਇਹਨਾਂ ਦੇ ਦਾਦੇ ਪੜਦਾਦੇ ਹੋਇਆ, ਜੋ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਵਿੱਚੋਂ ਨੇ। ਅੱਛਾ, ਯਾਨੀ ਇਸ ਬਟਾਲੀਅਨ ਦੇ ਵਿੱਚ ਤੁਸੀਂ ਵੀ ਆਪਣੀ ਸੇਵਾ ਨਿਭਾਈ ਆ, ਉਹਨਾਂ ਦੇ ਵੀ ਮਤਲਬ ਕਿ ਇਸ ਬਟਾਲੀਅਨ ਦੇ ਵਿੱਚ ਹੀ ਉਹ ਪਹਿਲਾਂ 4-5 ਸਾਲ ਕਰਕੇ ਆਏ ਨੇ, ਕਿਸੇ ਕਰਕੇ ਆਏ ਨੇ 3 ਸਿੱਖ ਦੇ ਵਿੱਚ। ਉਹ 3 ਸਿੱਖ ਦੇ ਵਿੱਚ, ਹਾਂਜੀ ਹਾਂਜੀ ਉਹ ਵੀ ਇਹਨਾਂ ਦੀ ਉਹ ਆ, ਮਤਲਬ ਇਹਨਾਂ ਦੀਆਂ ਪਲਟਨ ਜਿਹੜੇ ਖੜੀਆਂ ਕੀਤੀਆਂ ਮੈਂ ਤੀ ਉਹਨਾਂ ਵਿੱਚ ਅੱਜ ਕੱਲ੍ਹ ਵੀ ਇਹ ਜਾਂਦੇ ਨੇ, ਸਾਡੀ ਪਲਟਨ ਵਿੱਚ ਵੀ ਜਾਂਦੇ ਨੇ। ਉੱਥੇ ਜਾ ਕੇ ਬੰਦਿਆਂ ਨਾਲ ਬਾਪਤਾ ਪੂਰਾ ਕਰਦੇ ਨੇ, ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਉਹਨਾਂ ਨੂੰ ਦੱਸਦੇ ਨੇ ਇਹ ਕੈਪਟਨ ਸਾਹਿਬ, ਹਾਂਜੀ ਵੀ ਸਾਡੇ ਉੱਥੇ ਆਓ, ਤੁਹਾਨੂੰ ਜਿਹੜੇ ਸਾਬਕਾ ਫੌਜੀ ਤੁਹਾਨੂੰ ਨੌਕਰੀ ਦੇਵਾਂਗੇ। ਅੱਜ ਜਿੰਨੇ ਸਾਡੇ ਬੰਦੇ ਗਏ ਨੇ ਇਹਨਾਂ ਨੇ ਦਿੱਤੀ ਵੀ ਆ, ਕੋਈ ਇਹ ਝੂਠ ਨਹੀਂ ਹੈਗਾ। ਅੱਛਾ, ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਤੁਸੀਂ 15 ਪੰਜਾਬ ਦੇ ਵਿੱਚ ਕਿੰਨੇ ਕੁੱਲ ਬਜਾਣੇ ਸੀਗੇ, ਤੇ ਸਾਰੇ ਕਿਵੇਂ ਪੰਜਾਬੀ ਸੀ, ਸਿੱਖ ਹੀ ਸੀ ਕਿ ਹੋਰ ਵੀ ਸੀਗੇ ਇਸ ਦੇ ਵਿੱਚ? ਆਪਣੇ ਪੰਜਾਬ ਵਾਲੇ ਸਾਰੇ ਜਿਹੜੇ ਨੇ ਪਿਓਰ ਸਿੱਖਾਂ ਦੀ ਆ ਇਹਦੇ ਵਿੱਚ। ਸਿੱਖ ਸਰਦਾਰ ਹਾਂ, ਪੱਗ ਬੰਨ੍ਹਣ ਵਾਲੇ ਜੀ, ਜਿਵੇਂ ਅਫਸਰ ਹੋ ਗਏ ਜਾਂ ਕੋਈ ਆ ਇਹਦੇ ਵਿੱਚ, ਫਿਰ ਉਹ ਮੋਨੇ ਵੀ ਆ ਜਾਂਦੇ ਅਫਸਰ ਤਾਂ। ਤੇ ਖਾਸ ਕਰ ਜਾਨੀ ਪਹਿਲਾਂ ਅਹਿਮੀਅਤ ਰੱਖੀ ਜਾਂਦੀ ਆ ਸਰਦਾਰਾਂ ਦੀ, ਜੇ ਸਰਦਾਰਾਂ ਦੀ ਅੱਗੋਂ ਅਫਸਰ ਹੀ ਨਹੀਂ ਹੋਊਗਾ ਤੇ ਫਿਰ ਮੋਨੇ ਵੀ ਵਿੱਚ ਆ ਜਾਂਦੇ ਆ, ਪਰ ਮੋਨੇ ਵੀ ਘਰੋਂ ਸਰਦਾਰ ਨੇ ਜਿਹੜੇ ਉਹ ਨੇ। ਅੱਛਾ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਉਧਰਲੀ ਪਾਕਿਸਤਾਨ ਦੀ ਜਿਵੇਂ ਗੱਲ ਕਰਾਂ ਤਾਂ ਤੁਸੀਂ ਦੱਸਿਆ ਸੀ ਵਿੱਚ ਨਾਲੇ ਪੈਂਦੇ ਹੁੰਦੇ ਸੀਗੇ, ਇੱਧਰ ਪਹਾੜੀ ਤੇ ਤੁਹਾਡਾ ਬੈਰਕ ਲੱਗੇ ਹੁੰਦੇ ਸੀਗੇ, ਉਧਰਲੀ ਪਹਾੜੀ ਤੇ ਉਹਨਾਂ ਦੇ ਹੁੰਦੇ ਸੀਗੇ। ਉਹਨਾਂ ਦੀ ਵੀ ਇੱਕ ਜਿਵੇਂ ਹੁਣ 15 ਪੰਜਾਬ ਆਏ ਵੀ ਗਿਣੀ ਹੋਈ ਆ, ਬਹੁਤ ਟੌਪ ਦੀ ਆਪਾਂ ਕਹਿ ਸਕਦੇ ਬਟਾਲੀਅਨ ਆ। ਉਧਰੋਂ ਵੀ ਕਹਿੰਦੇ 16 ਬਲੋਚ ਵੀ ਟੌਪ ਦੀ ਸੀਗੀ, ਤੇ 16 ਬਲੋਚ ਨੂੰ ਟੱਕਰ ਦੇਣ ਵਾਲੀ 15 ਪੰਜਾਬ ਸੀ। 15 ਪੰਜਾਬ ਸੀ ਬਸ। ਉੱਥੇ 16 ਬਲੋਚ ਨੂੰ ਜਾਂ ਪਤਾ ਲੱਗ ਜਾਂਦਾ ਵੀ ਸਾਡੇ ਅਗਲੇ ਬੰਨੇ 15 ਪੰਜਾਬ ਆਏ ਵੀ ਆ, ਤਾਂ ਉਹਨਾਂ ਦੇ ਬੁੱਲ ਕੰਬਦੇ ਸੀਗੇ ਹਰ ਚੀਜ਼ ਤੋਂ। ਸਾਡੇ ਜਾਂ ਰਾਤ ਨੂੰ ਫੈਰ ਵੀ ਆਉਂਦਾ ਸੀਗਾ, ਤਾਂ ਉਹ ਕਹਿੰਦੇ ਬੱਸ ਕਰੋ ਹੁਣ ਸਾਡੀ ਜਾਨ ਕੱਢਣੀ ਆ ਤੁਸੀਂ, ਇਸ ਤਰੀਕੇ ਨਾਲ, ਮਤਲਬ ਕਿ ਉਹ ਹੱਥੋਂ ਹਾਰ ਮੰਨਦੇ ਸੀਗੇ। ਉਹ ਫਿਰ ਤੁਹਾਡੀ ਗੱਲਬਾਤ ਕਿਵੇਂ ਹੁੰਦੀ ਹੁੰਦੀ ਸੀ? ਫ੍ਰੀਕੁਐਂਸੀ ਨਾਲ? ਸੈੱਟ ਦੀਆਂ ਫ੍ਰੀਕੁਐਂਸੀਆਂ ਇੱਕ ਦੂਜੇ ਦੀਆਂ ਮਿਲ ਜਾਂਦੀਆਂ ਸੀਗੀਆਂ, ਉਹਦੇ ਪਰ ਪਤਾ ਚੱਲ ਜਾਂਦਾ ਸੀਗਾ। ਜੇ ਫ੍ਰੀਕੁਐਂਸੀ ਸੈੱਟ ਫੜ ਲੈਂਦੀ ਆ ਆਪਦੇ ਏਰੀਏ ਵਿੱਚੋਂ, ਜਾਂ 40 ਕਿਲੋਮੀਟਰ ਤੋਂ 45 ਕਿਲੋਮੀਟਰ ਜਿੱਦਾਂ ਪਰ ਰੇਡੀਓ ਫ੍ਰੀਕੁਐਂਸੀ ਫੜਦਾ, FM ਸੈੱਟ ਫੜਦਾ, ਉਹ ਚੀਜ਼। ਅੱਛਾ, ਉਹ ਇਦਾਂ ਫੜ ਲੈਂਦੇ ਸੀ? ਉਹ ਫੜ ਲੈਂਦੇ। ਫਿਰ ਉਹਦੇ ਪਰ ਇਹ ਗੱਲ ਚੱਲਦੀ ਹੁੰਦੀ, ਤੁਸੀਂ ਕਿਹੜੀ ਪੋਸਟ ਤੋਂ ਬੋਲ ਰਹੇ ਹੋ? ਅਸੀਂ ਇਹ 'ਚ ਬੋਲ ਰਹੇ। ਫਿਰ ਉਹ ਵੀ ਦੱਸਦੇ ਸੀ ਵੀ ਅਸੀਂ ਆਹ ਪੋਸਟ ਤੋਂ ਬੋਲ ਰਹੇ ਹਾਂ। ਅੱਛਾ, ਇਦਾਂ ਮਤਲਬ ਗੱਲ ਹੁੰਦੀ ਸੀ। ਬਾਕੀ ਆਪਦੀ ਕੋਈ ਫ੍ਰੀਕੁਐਂਸੀ ਜਾਂ ਕੋਈ ਆਪਦੀ ਜਿਹੜੀ ਨਿੱਜੀ ਗੱਲ ਆ ਉਹ ਚੀਜ਼ ਨਹੀਂ ਦੱਸਦੇ ਸੀ ਉਹ, ਵੀ ਅਸੀਂ ਇੰਨੇ ਬੰਦੇ ਆ ਜਾਂ ਇੰਨੇ, ਉਹ ਚੀਜ਼ ਤਾਂ ਫਿਰ ਤਾਂ ਉਹ ਬੰਦੇ ਦੀ ਉਹ ਹੋ ਗਈ ਨਾ ਵੀ ਆਪਾਂ ਕੋਈ ਸਿਕਿਉਰਿਟੀ ਲੀਕ ਕਰਨੀ, ਫਿਰ ਉਹਦੇ ਨਾਲ ਆਪਣਾ ਨੁਕਸਾਨ ਵੀ ਹੋ ਸਕਦਾ। ਫਿਰ ਉਹਨੂੰ ਪਤਾ ਚੱਲ ਜੂਗਾ ਵੀ ਇੱਥੇ ਮਤਲਬ ਇੰਨੇ ਬੰਦੇ ਪੋਸਟਦੇ ਨੇ, ਫਿਰ ਅਗਲਾ ਜੇ ਆਪਾਂ 15 ਬੰਦੇ ਅਗਲਾ 30 ਬੰਦੇ ਲੈ ਕੇ ਚੜ੍ਹ ਜੂਗਾ ਕਿਸੇ ਪਾਸਿਓਂ ਵੀ, ਮਤਲਬ ਉਹ ਖਤਰਾ ਹੀ ਖਤਰਾ। ਪਰ ਇਹ ਚੀਜ਼ ਨਹੀਂ ਸੀ, ਸਿਰਫ ਇਹ ਦੱਸਦੇ ਹੁੰਦੇ ਸੀ ਉਹ ਵੀ ਅੱਜ ਅਸੀਂ ਗੁੜ ਖਾਧਾ, ਅੱਜ ਅਸੀਂ ਰੋਟੀ ਖਾਧੀ, ਕੀ ਗੱਲ। ਫਿਰ ਆ ਵੀ ਪੰਜਾਬੀ ਹੁਣ ਡਟੇ ਹੋ, ਅਸੀਂ ਲੱਗੇ ਪਏ ਤੁਹਾਡੇ ਬਰਾਬਰ ਲੱਗੇ ਪਏ ਆ। ਅੱਛਾ, ਤੁਹਾਨੂੰ ਮਤਲਬ ਕਿ ਕਿਤੇ ਨਾ ਕਿਤੇ ਉਤਸ਼ਾਹ ਆਉਣ ਦੀ ਗੱਲ ਕਰਦੇ ਹੁੰਦੇ ਸੀਗੇ ਵੀ ਆ ਜਾਓ ਫਿਰ ਕਹਿੰਦਾ ਵੀ ਦੇਖਿਓ ਸਾਡੇ ਹਾਂ ਦੇਖ ਲੈਂਦੇ ਆ। ਫਿਰ ਜਦ ਹੁਣ ਸਰਕਾਰਾਂ ਦਾ ਉੱਪਰ ਕੀ ਆ, ਜਦ ਕੋਈ ਫੈਰ ਦਾ ਹੁਕਮ ਸੀ ਤਾਂ ਉਹਨਾਂ ਨੂੰ ਫੈਰ ਦਾ ਹੁਕਮ ਮਿਲਦਾ ਰਹਿੰਦਾ ਸੀਗਾ, ਤੇ ਸਾਨੂੰ ਫੈਰ ਦਾ ਹੁਕਮ ਵੀ ਇੱਧਰ ਨੂੰ ਮਿਲਦਾ ਰਹਿੰਦਾ ਸੀ। ਫਿਰ ਰਾਤ ਨੂੰ ਫਿਰ ਉਹ ਨਹੀਂ, ਫਿਰ 12-1 ਵਜੇ ਜਿੱਦਾਂ ਸਾਡੀ ਦੀਵਾਲੀ ਹੁੰਦੀ ਆ ਆਪਣੇ ਪਿੰਡਾਂ ਦੇ ਵਿੱਚ, ਫਿਰ ਇਹ ਚੀਜ਼ ਉੱਥੇ ਦੇਖਣ ਨੂੰ ਮਿਲਦੀ ਸੀ। ਉੱਥੇ ਕੋਈ ਜਨਾਨੀ ਜਾਂ ਕੋਈ ਬੰਦਾ ਹੋਰ ਕੋਈ ਆਪਣੀ ਫੌਜ ਤੋਂ ਬਿਨਾਂ ਕੋਈ ਬੰਦਾ ਦਿਖਦਾ ਨਹੀਂ ਹੈਗਾ। ਸਿਰਫ ਉਸ ਇਲਾਕਾ ਹੀ ਉਹ ਇੱਦਾਂ ਦਾ, ਉੱਥੇ ਸਿਰਫ ਭਾਂਤ ਦੇ ਜਿਹੜੇ ਜਾਨਵਰ ਨੇ ਜੰਗਲਾਂ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ। ਅੱਛਾ, ਹਾਂਜੀ, ਉੱਥੇ ਜੇ ਆਪਾਂ ਇੱਕ ਦੂਜੇ ਬੰਦੇ ਨਾਲ ਹੰਗਾਰਾ ਭਰਦੇ ਹਾਂ ਤਾਂ ਆਪਣੀ ਗੱਲ ਚੰਗੀ ਹੋ ਜਾਂਦੀ ਆ, ਵਧੀਆ ਠੀਕ ਠਾਕ ਲੱਗਦਾ ਬੰਦਾ। ਜੇ ਬੰਦਾ ਇਕੱਲਾ ਕਿਤੇ ਬੈਠਾ ਰਹਿ ਗਿਆ ਨਾ, ਤੇ ਉਹ ਬੰਦਾ ਇਹੀ ਡਰੀ ਜਾਂਦਾ ਵੀ ਖਬਰ ਕੀ ਹੋਊ ਇਹਦੇ ਚ ਅੰਦਰ ਜੰਗਲ 'ਚ। ਲੇਕਿਨ ਇੱਕ ਫੌਜ ਦਾ ਬੰਦਾ ਹੋਣ ਕਰਕੇ ਯਾਰ 4 ਬੰਦਿਆਂ ਨਾਲ ਫਿਰ ਗੱਲ ਜਾਂ ਕਰਨੀ, ਇੱਕ ਦੂਜੇ ਨਾਲ ਗੱਲਾਂ ਕਰਕੇ ਬੰਦਾ ਟਾਈਮ ਪਾਸ ਹੁੰਦਾ ਜੀ। ਅੱਛਾ, ਜਿਵੇਂ ਤੁਸੀਂ ਦੱਸਿਆ ਸੀਗਾ ਵੀ ਜਿਵੇਂ ਮੰਨ ਲਓ ਇੱਕ ਘਰ ਦੇ ਵਿੱਚ ਇੱਕੇਰਾਂ ਕੋਈ ਬੰਦਾ ਵੜ ਗਿਆ ਸੀਗਾ, ਜਿਵੇਂ ਉਹ 16 ਬਲੋਚ ਦਾ ਜਾਂ ਕਿਸੇ ਬਟਾਲੀਅਨ ਦਾ ਉਹਨਾਂ ਦੀਆਂ, ਤਾਂ ਉਹ ਵੜ ਗਿਆ ਸੀ ਅੰਦਰ, ਤੁਸੀਂ ਬਾਹਰੋਂ ਘੇਰਾ ਪਾ ਲੈਂਦੇ ਹੋ,
ਫਿਰ ਬਾਅਦ ਦੇ ਵਿੱਚ ਤੁਸੀਂ ਤੁਹਾਡੇ ਕੋਲ ਵਾਕੀ ਟਾਕੀ ਹੁੰਦੇ ਨੇ, ਫਿਰ ਉਹਨੂੰ ਤੁਸੀਂ ਕਹਿੰਦੇ ਨੇ ਵੀ ਹੱਥ ਛੱਡ ਕੇ ਬਾਹਰ ਆ ਜਾ, ਉਹ ਕੀ ਚੱਕਰ, ਉਹ ਕਿਵੇਂ ਕਹਿੰਦੇ ਹੁੰਦੇ ਨੇ, ਤੇ ਉਹ ਫਿਰ ਬੰਦਾ ਅੱਗੋਂ ਕੀ ਰਿਪਲਾਈ ਕਰਦਾ ਕਹਿਣ ਦਾ ਭਾਵ ਇਹ ਹੁੰਦਾ ਵੀ ਅਸੀਂ ਕਿਸੇ ਦਾ ਨੁਕਸਾਨ ਕਿਉਂ ਕਰੀਏ, ਵੀ ਜੇ ਬੰਦਾ ਰਜਾਮੰਦੀ ਨਾਲ ਹੀ ਮਤਲਬ ਉਹ ਬੰਦਾ ਇੱਕ ਉਹਨਾਂ ਨੂੰ ਕੀ ਹੈ, ਹਥਿਆਰ ਛੱਡ ਕੇ ਬਾਹਰ ਆ ਉਹਨਾਂ ਨੂੰ ਇੱਕ ਲਾਲਚ ਮਿਲਦਾ ਜੀ, ਉੱਥੇ ਪਾਕਿਸਤਾਨ 'ਚ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੂੰ ਲਾਲਚ ਮਿਲਦਾ ਵੀ ਤੇਰੇ ਭੈਣ ਭਰਾ ਜੋ ਤੇਰੇ ਵਿਆਹ ਕਰਨੇ ਨੇ ਇਹਨਾਂ ਦੇ ਉਹ ਅਸੀਂ ਕਰਾਂਗੇ, ਤੁਸੀਂ ਜਾ ਕੇ ਕਸ਼ਮੀਰ ਦੇ ਵਿੱਚ ਜਾਓ, ਫਲਾਣੇ MLA ਜਾਂ ਫਲਾਣਾ ਕੋਈ ਬੈਂਕ ਮੈਨੇਜਰ ਜਾਂ ਕੋਈ ਮੁਖੀਆ ਬੰਦਾ ਵੀ ਉਸ ਬੰਦੇ ਨੂੰ ਤੁਸੀਂ ਮਾਰ ਕੇ ਆਓ। ਵੀ ਮਤਲਬ ਕਿ ਇੱਥੇ ਪਾਕਿਸਤਾਨ ਵਾਲੇ ਮਤਲਬ ਕਿ ਜਿਹੜੇ ਉਹ ਆ ਉਹ ਇਹ ਕਹਿੰਦੇ ਨੇ ਵੀ ਤੁਹਾਡਾ ਸਾਰਾ ਖਰਚਾ ਜਿਹੜਾ ਆ ਜਾ ਕੇ ਦਹਿਸ਼ਤ ਜਾ ਕੇ ਕਸ਼ਮੀਰ 'ਚ ਪਾਓ, ਜਾ ਕੇ ਦਹਿਸ਼ਤ ਪਿੱਛੇ ਸਾਂਭਾਂਗੇ ਅਸੀਂ। ਫਿਰ ਉਹ ਟਾਈਮ 'ਤੇ ਉਹਨਾਂ ਦਾ ਮਨ ਧੜਕ ਜਾਂਦਾ ਜਦੋਂ ਅੰਦਰ ਆ ਕੇ ਵੜ ਜਾਂਦੇ ਸੀ, ਜਾਂ ਅਸੀਂ ਉਹਨੂੰ ਵਿਗਾੜਦੇ ਸੀਗੇ ਵੀ ਚੁੱਪ ਕਰਕੇ ਹੱਥ ਖੜੇ ਕਰਕੇ ਬਾਹਰ ਆ ਜਾ, ਤੈਨੂੰ ਕੁਛ ਨਹੀਂ ਕਹਿੰਦੇ ਹੈਗੇ। ਉਹ ਇੱਕ ਵਾਰ ਤਾਂ ਪਾਕਿਸਤਾਨ ਵੱਲ ਸੋਚਦਾ ਸੀਗਾ ਵੀ ਮੈਂ ਉੱਥੇ ਕਸਮ ਖਾਧੀ ਆ, ਦੂਆ ਤਰਫ ਸੋਚਦਾ ਸੀ ਵੀ ਇਹਨਾਂ ਨੇ ਹੁਣ ਮੈਨੂੰ ਮਾਰ ਦੇਣਾ, ਛੱਡਣਾ ਹੈ ਨਹੀਂ ਮੈਨੂੰ। ਇਹ ਵੀ ਕਈ ਵੇਲੇ ਬੰਦੇ ਬਾਹਰ ਆ ਜਾਂਦੇ ਸੀਗੇ ਹੱਥ ਖੜੇ ਕਰਕੇ, ਫਿਰ ਅਸੀਂ ਉਹਨੂੰ ਮਾਰਦੇ ਨਹੀਂ ਸੀਗੇ, ਛੱਡ ਦਿੰਦੇ। ਫਿਰ ਛੱਡਣ ਦਾ ਮਤਲਬ ਸਾਡਾ ਇਹ ਹੁੰਦਾ ਸੀ ਫਿਰ ਉਹਨੂੰ ਜਿਹੜੀ ਕੈਪਚਰ ਕਰ ਲੈਣਾ, ਉਹਦੇ ਕੋਲ ਹਥਿਆਰ ਫੜ ਲੈਣਾ, ਬਾਅਦ ਵਿੱਚ ਖੁਫੀਆ ਏਜੰਸੀ ਵਗੈਰਾ ਜੋ ਵੀ ਚੀਜ਼ ਉਹਨੂੰ ਪੁੱਛਣੀਆਂ ਉਹਨੇ ਫਿਰ ਦੱਸਣੀਆਂ, ਫਿਰ ਉਹਦੇ ਕੋਲੋਂ ਮੈਪ ਮਿਲਣਾ, ਉਹਦੇ ਕੋਲੋਂ ਕੀ ਮਿਲਣਾ, ਉਹ ਕਾਹਦੇ ਵਾਸਤੇ ਡਿਟੇਲ ਕੀਤਾ ਗਿਆ, ਵੀ ਕਿੰਨੀ ਉਹਨੇ ਟ੍ਰੇਨਿੰਗ ਕੀਤੀ ਪਾਕਿਸਤਾਨ 'ਚ। ਫਿਰ ਉਹ ਹਰ ਚੀਜ਼ ਬਕਦਾ ਸੀ ਵੀ ਅਸੀਂ ਇੰਨੇ ਬੰਦੇ ਸੀਗੇ, ਇੰਨੇ ਬੰਦੇ ਅਸੀਂ ਉੱਤਰੀ ਬਾਰਾਮੂਲਾ ਵਿੱਚ ਇੱਥੇ ਆਏ ਹਾਂ, ਇੰਨੇ ਬੰਦੇ ਸ੍ਰੀਨਗਰ ਚਲੇ ਗਏ, ਇੰਨੇ ਬੰਦੇ ਸਾਡੇ ਪਿੱਛੇ ਸ਼ਹੀਦ ਹੋ ਗਏ, ਹਰ ਚੀਜ਼। ਫਿਰ ਉਹ ਜਾਣੀ ਕਿ ਪੂਰੀ ਇੱਕ ਫੌਜ ਨੂੰ ਸਪੋਰਟ ਦਿੰਦਾ ਸੀ। ਫਿਰ ਉਹ ਇੱਦਾਂ ਫਿਰ ਜਿਵੇਂ ਉਹ ਤੁਸੀਂ ਪਾਕਿਸਤਾਨ ਦੇ ਬੰਦੇ ਨੂੰ ਫੜਿਆ, ਹੋ ਸਕਦਾ ਪਾਕਿਸਤਾਨ ਵਾਲੇ ਵੀ ਕਈ ਆਪਣੇ ਬੰਦਿਆਂ ਨੂੰ ਫੜਦੇ ਹੋਣਗੇ ਇਸ ਤਰੀਕੇ ਦੇ ਨਾਲ ਹੀ। ਬਹੁਤ ਕੁਛ ਉੱਥੇ ਜਿਵੇਂ ਨਾਲੇ ਆਉਂਦੇ ਨੇ, ਨਾਲਿਆਂ ਦੇ ਵਿੱਚ ਉਹ ਬੁਲਬਰੇ ਆਪਣੇ ਭਗਾਨੇ ਸਿੱਟ ਕੇ ਹੇਠਾਂ ਨਾਲੀਆਂ ਫਿੱਟ ਕਰਕੇ ਨਿਕਲਦੇ ਸੀ ਹੇਠਾਂ ਦੀ, ਸਾਹ ਲੈਣ ਵਾਸਤੇ। ਜਿਵੇਂ ਸਾਡੇ ਬੰਦਿਆਂ ਨੂੰ ਇੰਨੀ ਨੌਲੇਜ ਹੋ ਗਈ ਵੀ ਝਾੜੀ ਆ ਰਹੀ ਹੈ, ਕੋਈ ਨਾ ਕੋਈ ਗੜਬੜਾ। ਅੱਛਾ, ਝਾੜੀ ਦੇ ਵਿੱਚ ਉਹਨਾਂ ਦਾ ਲਿਫਾਫਾ ਵਗੈਰਾ ਲਾਇਆ ਹੁੰਦਾ ਜਿਹਦੇ ਵਿੱਚ ਦੀ ਉਹ ਸਾਹ ਲੈਂਦੇ ਸੀ, ਹੇਠਾਂ ਪੱਥਰਾਂ ਦੇ ਵਿੱਚ ਹੀ ਆ ਰਹੇ ਹੁੰਦੇ ਸੀਗੇ। ਉਹਨਾਂ ਦੇ ਪਿੱਛੇ ਅਮਨੀਸ਼ਨ ਵਗੈਰਾ ਬੰਨਿਆ ਹੁੰਦਾ ਸੀਗਾ ਸਾਰਾ ਕੁਛ ਸਮਾਨ ਸਮੂਨ। ਹਾਂ, ਜਦੋਂ ਉਹ ਝਾੜੀ ਸਾਡੇ ਲਵੇ ਆਉਣੀ, ਅਸੀਂ ਝਾੜੀ ਖਿੱਚਣੀ ਉਹਦੇ ਨੂੰ ਕਰਕੇ ਉਹ ਪੈਪ ਫੜ ਲੈਣੀ। ਜਦੋਂ ਪੈਪ ਸਾਹ ਹੀ ਬੰਦ ਹੋਣੀ ਤੇ ਬੰਦੇ ਨੇ ਆਟੋਮੈਟਿਕ ਉੱਪਰ ਆ ਜਾਣਾ। ਪਰ ਫਿਰ ਉੱਪਰੋਂ ਆ ਕੇ ਜਦੋਂ ਬੰਦੇ ਪਾਣੀ 'ਚੋਂ ਆ ਰਿਹਾ ਬੰਦੇ ਨੂੰ ਉਹਨੂੰ ਕੀ ਪਤਾ ਵੀ ਬਾਹਰ ਕੀ ਆ, ਕੁਝ ਨਹੀਂ ਪਤਾ। ਫਿਰ ਉਹ ਇੱਕਦਮ ਆ ਕੇ ਬੌਂਦੜ ਜਾਂਦਾ ਸੀ, ਫਿਰ ਉਹਨੂੰ ਜਿਹੜੀ ਬਸ ਬਾਹਰ ਫੜ ਕੇ ਕੱਢਣਾ ਹੈ ਬਸ। ਉਹਦੇ ਕੋਲ ਫਿਰ ਹਥਿਆਰ ਮਿਲਣੇ, ਉਹਦੇ ਕੋਲ ਨੋਟਬੁੱਕਾਂ ਮਿਲਣੀਆਂ, ਉਹਦੇ ਕੋਲ ਪੂਰੀ ਮਤਲਬ ਵੀ ਮੈਂ ਕਾਹਦੇ ਬੇਸ 'ਤੇ ਚੱਲਿਆ ਹੋਇਆ, ਇਹ ਕਾਹਦੇ ਬੇਸ 'ਤੇ ਕੀ ਲੈ ਕੇ ਚੱਲਿਆ, ਕਿੱਥੇ ਇਹਨੇ ਕੀ ਕਾਰਵਾਈ ਕਰਨੀ ਸੀ। ਉੱਥੋਂ ਬੰਦੇ ਨੂੰ ਸਾਰੀ ਫੌਜ ਦੇ ਨੂੰ ਮਤਲਬ ਖਬਰ ਮਿਲਦੀ ਸੀਗੀ। ਅੱਛਾ, ਜਿਵੇਂ ਤੁਸੀਂ ਦੱਸਿਆ ਕਈ ਵਾਰ ਜਿਵੇਂ ਬੰਦੇ ਭੱਜ ਵੀ ਲੈਂਦੇ ਹੁੰਦੇ ਸੀ, ਆਜੋ ਭੱਜ ਵੀ ਲੈਂਦੇ ਹੁੰਦੇ ਸੀ, ਫਿਰ ਤੁਸੀਂ ਜਿਵੇਂ ਕਿ ਉਹ ਟਾਈਮ ਵੀ ਕਹਿੰਦੇ ਫਾਇਰਿੰਗ, ਫਿਰ ਪਿੱਛੇ ਨੂੰ ਫਾਇਰ ਕੱਢਦੇ ਹੁੰਦੇ ਸੀਗੇ, ਕਦੇ ਤੁਹਾਡੇ ਵੀ ਫਾਇਰ ਵੱਜੇ ਨੇ? ਬਹੁਤ ਵੱਜੇ ਨੇ। ਕਿੰਨੀ ਕੁ ਗੋਲੀਆਂ ਵੱਜਲੀਆਂ? ਗੋਲੀਆਂ ਤਕਰੀਬ 4-5 ਇੱਥੇ ਪੈਰਾਂ ਤੇ ਲੱਗੀਆਂ, ਮੋਢਿਆਂ ਤੇ ਲੱਗੀਆਂ, ਹਰ ਜਗ੍ਹਾ ਤੇ ਲੱਗਦੀਆਂ ਸੀਗੀਆਂ। ਲੇਕਿਨ ਗੱਲ ਕੀ ਹੁੰਦੀ ਸੀ, ਜਦ ਭੱਜ ਲਿਆ ਮੂਹਰੇ ਫਿਰ ਤਾਂ ਇਹ ਚੀਜ਼ ਹੁੰਦੀ ਸੀ ਵੀ ਯਾਰ ਅਸੀਂ ਇਹ ਚੀਜ਼ ਨੂੰ ਮਤਲਬ ਇਹ ਨਹੀਂ ਗੱਲ ਕਹਾਉਣੀ ਹੈਗੀ ਵੀ ਜਿਹੜੇ ਅਸੀਂ ਆਪਦੇ ਮਿਸ਼ਨ ਵਾਸਤੇ ਲੜ ਰਹੇ ਹਾਂ ਵੀ ਉਸ ਮਿਸ਼ਨ ਨੂੰ ਆਪਦਾ ਪੂਰਾ ਕਰੋ। ਅੱਛਾ, ਫਿਰ ਇਹ ਚੀਜ਼ ਦੀ ਧਾਰਨਾ ਹੁੰਦੀ ਸੀ ਦਿਲ ਦੇ ਵਿੱਚ ਵੀ ਹੁਣ ਦੇਖੀ ਜਾਊਗੀ, ਜੋ ਪਿੱਛੇ ਨਹੀਂ ਮੁੜਨਾ। ਵੀ ਪਿੱਛੇ ਹੁਣ ਕਈਆਂ ਦੇ ਗੋਲੀਆਂ ਲੱਗਦੇ ਜਾਂ ਕੁਝ ਵੀ, ਉਹਨੇ ਸਾਡਾ ਤਾਂ ਇਹ ਚੀਜ਼ ਉੱਥੇ ਇਹ ਹੁੰਦਾ ਸੀ, ਪਰਨੇ ਰੱਖਿਆ ਹੋਇਆ ਸੀ ਵੀ ਤੂੰ ਮੇਰੇ ਘਰ ਤੱਕ ਦੱਸਣਾ ਨਹੀਂ ਇਹ ਵੀ ਮੇਰੀ ਗੋਲੀ ਲੱਗੀ ਹੈ। ਕੋਈ ਛੁੱਟੀ ਆਉਂਦਾ ਸੀ ਤਾਂ ਅਸੀਂ ਘਰੇ ਵੀ ਇੱਥੇ ਬਹਾਨੇ ਹੱਥੀ ਕਰਦੇ ਹੁੰਦੇ ਸੀ। ਇੱਕ ਝੂਠ ਬੋਲਣਾ ਫੌਜੀ ਆਦਮੀ ਬਹੁਤ ਵੱਡੀ ਗੱਲ ਹੁੰਦੀ ਆ, ਲੇਕਿਨ ਸਾਨੂੰ ਉਸ ਇੱਕ ਇੱਦਾਂ ਦਾ ਟਾਈਮ ਸੀ ਸਾਨੂੰ ਉਹ ਝੂਠ ਬੋਲਣਾ ਪੈਂਦਾ ਸੀਗਾ ਵੀ ਘਰੇ ਆ ਕੇ ਉਹ ਦੱਸ ਦਿੰਦੇ ਵੀ ਉਹ ਤਾਂ ਟ੍ਰੇਨਿੰਗ 'ਤੇ ਗਿਆ ਹੋਇਆ, ਉਹ ਤਾਂ ਕਿਤੇ ਹੋਰ ਜਗ੍ਹਾ 'ਤੇ ਗਿਆ ਹੋਇਆ, ਕਿਉਂਕਿ ਘਰ ਦੇ ਪਿੱਛੇ ਫਿਕਰ ਨਾ ਕਰਨ। ਜਦ ਤੁਸੀਂ ਫਿਰ ਭਾਜੀ ਤੁਸੀਂ ਆਉਂਦੇ, ਤੁਹਾਡੇ ਜਦ ਗੋਲੀਆਂ ਲੱਗੀਆਂ ਸੀਗੀਆਂ ਵੀ ਫਿਰ ਤੁਸੀਂ ਆ ਕੇ ਘਰੇ ਕੀ ਦੱਸ ਦਿੰਦੇ ਸੀ ਮੰਮੀ ਨੂੰ ਵੀ ਪਿੱਛੇ ਮਾਤਾ ਜੀ ਵੀ ਬੈਠੇ ਸੀਗੇ? ਇਹਨਾਂ ਵਿੱਚ ਕਈ ਵਾਰ ਬੰਦਾ ਕੋਈ ਗੱਲ ਕਰਦਾ ਜਾਂ ਕਿਤੇ ਕੱਪੜੇ ਲਾਏ ਹੁੰਦੇ ਸੀ, ਪੁੱਛਦੇ ਤੇਰੇ ਆ ਕੀ ਲੱਗਿਆ, ਤੇਰੇ ਆ ਨਿਸ਼ਾਨ ਆ, ਫਲਾਨਾ ਬੇਬੇ ਫੋੜਾ ਨਿਕਲਿਆ ਸੀ ਇੱਥੇ, ਫਲਾਨਾ ਹੋ ਗਿਆ, ਧਮਕਾ ਹੋ ਗਿਆ ਸੀਗਾ। ਹੁਣ ਪੁਰਾਣੇ ਬਜ਼ੁਰਗ ਸੀਗੇ, ਇਹਨਾਂ ਵਿਚਾਰਿਆਂ ਨੂੰ ਇਹਨਾਂ ਗੱਲਾਂ ਬਾਰੇ ਕੀ ਪਤਾ ਸੀਗਾ। ਪਰ ਗੱਲ ਦੱਸਣ ਤੋਂ ਵੀ ਇੱਕ ਸੰਕੋਚ ਆਉਂਦਾ ਸੀ ਵੀ ਜੇ ਆਪ ਫੌਜ ਵਿੱਚ ਭਰਤੀ ਹੋਇਆ, ਇੱਕ ਦੇਸ਼ ਵਾਸਤੇ ਤੂੰ ਭਰਤੀ ਹੋਇਆ ਔਰ ਇਮਾਨਦਾਰੀ ਤੌਰ 'ਤੇ ਆਪਣੀ ਨੌਕਰੀ ਕਰ ਰਹੇ ਹਾਂ, ਵੀ ਫਿਰ ਇਹਨਾਂ ਮਾਂ ਪਿਓ ਨੂੰ ਕੀ ਆ ਇਹਦਾ ਤਾਂ ਬਸ ਇਹੀ ਆਪਾਂ ਦੱਸਣਾ ਵੀ ਸਭ ਠੀਕ ਠਾਕ ਆ, ਕਿਉਂਕਿ ਪਿੱਛੋਂ ਦਿਲ ਨਾ ਛੋਟਾ ਕਰਨ। ਇਹ ਜਦ ਤੱਕ ਰਿਹਾ ਮੈਂ ਇਸ ਤਰੀਕੇ ਨਾਲ ਰਿਹਾ, ਮੈਂ ਦੱਸਦਾ ਨਹੀਂ ਸੀ ਸਹੀ ਘਰੇ ਆ ਕੇ। ਅੱਛਾ, ਇਹ ਚੀਜ਼ ਦਾ ਸੁਭਾਅ ਮੈਂ ਪੱਕਾ ਹੀ ਰੱਖਦਾ ਰਿਹਾ ਵੀ ਨਾ ਵੀ ਘਰ ਦੇ ਕਹਿਣਗੇ ਛੱਡ ਖੜਾ ਹੈ ਜੀ ਨੌਕਰੀ ਨੂੰ, ਕੀ ਲੋੜ ਆ ਬਈ ਤੂੰ ਆਪਾਂ ਵੀ ਇੱਥੇ ਸ਼ਹੀਦ ਹੋ ਜਾਏਗਾ, ਫਿਰ ਆਪਾਂ ਨੂੰ ਐਂ ਹੋਊਗਾ ਉਹ ਹੋਊਗਾ, ਵੀ ਐਵੇਂ ਮਨ ਫਿਰ ਇੱਕ ਪਾਸੇ ਬਣਿਆ ਵਾ, ਕਿਉਂ ਮਨ ਨੂੰ ਲਾਈਨ ਤੋਂ ਲਾਉਣਾ ਤੂੰ ਚੁੱਪ ਕਰਕੇ ਦੇਸ਼ ਦੀ ਸੇਵਾ ਕਰਦਾ ਜਾ, ਜੋ ਪਰਮਾਤਮਾ ਨੂੰ ਮਨਜ਼ੂਰ ਆ ਤੇਰੇ ਸਾਹਮਣੇ ਆ ਜਾਣਾ। ਅੱਛਾ ਬਲਵਿੰਦਰ ਜੀ, ਉਹ ਦੇਖਿਆ ਜਾਵੇ ਜੀ ਕੁੱਲ ਕਿੰਨੀਆਂ ਗੋਲੀਆਂ, ਜਿਵੇਂ ਤੁਸੀਂ ਦੱਸ ਰਹੇ ਸੀ ਉਹ ਟਾਈਮ ਤੁਹਾਡੇ ਲੱਗੀਆਂ ਸੀ, ਕਿੰਨੀਆਂ ਗੋਲੀਆਂ ਲੱਗੀਆਂ ਸੀ? ਕੁੱਲ 3-4 ਗੋਲੀਆਂ ਲੱਗੀਆਂ ਹੋਣਗੀਆਂ। ਮੇਰੇ ਬਰਸਟ ਵੀ ਲੱਗੇ ਨੇ ਹਰ ਜਗ੍ਹਾ ਤੇ, ਜਿਹੜੇ ਖੋਲ ਕਹਿੰਦੇ ਨੇ। ਹਾਂ, ਖੋਲ ਜਿਵੇਂ ਆਪਾਂ ਮਾਰਦੇ ਹਾਂ ਉਹ ਸ਼ਰਲੇ, ਜਿਵੇਂ ਆਪਾਂ ਕਹਿੰਦੇ ਹਾਂ ਆਪਣੇ ਪਿੰਡ ਵਾਲੇ ਆਪਾਂ ਸ਼ਰਲੇ ਕਹਿੰਦੇ ਹਾਂ। ਆਪਣੇ ਜੇ ਆਪਾਂ ਉਹ ਜਿਵੇਂ ਫੌਜ ਦੇ ਵਿੱਚ ਆਪਾਂ ਫਾਇਰ ਕਰਦੇ ਹਾਂ, ਹੁਣ ਭੱਜਿਆ ਜਾਂਦਾ ਬੰਦਾ ਫਾਇਰ ਕਰਦਾ, ਉਹ ਆਪਾਂ ਕਿਸੇ ਦੇ ਵੀ ਲੱਗੂਗਾ। ਉਹ ਸਿੱਧੇ ਵੀ ਲੱਗੇ ਨੇ ਸਾਡੇ ਬੰਦਿਆਂ ਜਿਹਨੇ ਸਿੱਧੇ ਲੱਗੇ ਨੇ, ਵਿਚਾਰੇ ਸ਼ਹੀਦ ਵੀ ਹੋਏ ਨੇ। ਸਿੱਧੇ ਵੀ ਲੱਗੇ ਨੇ? ਹਾਂ, ਸਿੱਧੇ ਵੀ ਲੱਗੇ ਨੇ ਕਈਆਂ ਨੇ, ਜਿਵੇਂ ਮੱਥੇ ਲੱਗ ਗਿਆ ਫਿਰ ਉਹ ਬੰਦਾ ਬਚੂ ਥੋੜ੍ਹੀ।
ਉਹ ਫਰਜ਼ ਕਰੇ ਸਾਡੇ ਇਹ ਚੀਜ਼ ਦਾ ਬਚਾਅ ਸੀਗਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ। ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਤਕਰੀਬਨ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਨੂੰ ਹਮੇਸ਼ਾ ਹੀ ਮੈਂ ਬਹੁਤ ਉਹ ਕਰਦਾ ਸੀਗਾ, ਉੱਥੇ ਵੀ ਗੁਰਦੁਆਰਾ ਸਾਹਿਬ ਸਾਡੇ ਵੀ ਇਹੀ ਆਪਣੀ ਕਾਮਨਾ ਗਾਉਂਦੀ ਪਰਮਾਤਮਾ ਜਦ ਤੱਕ ਰੱਖਣਾ ਨਾ ਇੱਥੇ ਮੈਨੂੰ ਸਹੀ ਸਲਾਮਤ ਲੋਕਾਂ ਦੇ ਵਿੱਚ ਭੱਜਦਾ ਦੌੜਦਾ ਰੱਖੀ, ਪਰ ਮੈਨੂੰ ਡੁੱਡਾ ਮਾਰ ਕੇ ਜਾਣਦਾ ਨਾ ਮੈਨੂੰ ਉਹ ਨਹੀਂ। ਅੱਛਾ, ਜਿਹੜੀ ਤੁਹਾਡੀ ਡਰੈਸ ਸੀਗੀ, ਤੁਹਾਡੀ ਵਰਦੀ ਸੀਗੀ, ਬੁਲਟ ਪ੍ਰੂਫ ਜੈਕਟਾਂ ਵੀ ਪਾਈਆਂ ਹੁੰਦੀਆਂ ਸੀਗੀਆਂ? ਬੁਲਟ ਪ੍ਰੂਫ ਤੋਂ ਬਿਨਾਂ ਉੱਥੇ ਹੁਕਮ ਹੀ ਨਹੀਂ ਸੀਗਾ ਉਸ ਟਾਈਮ 'ਤੇ। ਕਾਲੇ ਪਟਕੇ ਬੰਨੇ ਹੁੰਦੇ ਸਾਡੇ, ਕਾਲਾ ਪਟਕਾ ਹੀ ਇੱਕ ਜਿੱਦਾਂ ਆਪਣੇ ਪਟਾ ਹੁੰਦਾ ਐਦਾਂ ਦਾ ਇੱਕ ਬਣਿਆ ਹੁੰਦਾ ਸੀਗਾ, ਮਤਲਬ ਜਿਹੜਾ ਸਿਰ ਦੇ ਉੱਪਰ ਗੋਲੀ ਹੋਰ ਕਿਤੇ ਲੱਗ ਸਕਦੀ ਆ। ਅੱਛਾ, ਬੁਲਟ ਪ੍ਰੂਫ ਜੈਕਟ ਹੁੰਦੀ ਸੀ, ਉਹਦੇ 2 ਪਲੇਟਾਂ ਪੈਂਦੀਆਂ ਨੇ, ਇੱਕ ਪਲੇਟ ਅੱਗੇ ਇੱਕ ਪਿੱਛੇ। ਅੱਛਾ, ਉਹ ਪਲੇਟ ਦਾ ਮਤਲਬ ਕਹਿਣ ਦਾ ਭਾਵ ਵੀ ਇੱਥੋਂ ਦੀ ਮੈਂ ਆਪਾਂ ਕਮੀਜ਼ ਪਾਉਂਦੇ ਆ, ਉਹ ਕਮੀਜ਼ ਦਾ ਮਤਲਬ ਹੇਠਾਂ ਸਾਡੀ ਵਰਦੀ ਪਾਈ ਹੁੰਦੀ ਸੀ, ਵਰਦੀ ਦੇ ਉੱਪਰ ਦੀ ਪਾਉਂਦੇ ਸੀ ਬੁਲਟ ਪ੍ਰੂਫ। ਅੱਛਾ, ਉਹਦਾ ਕਿੰਨਾ ਕੁ ਭਾਰ ਹੁੰਦਾ ਸੀਗਾ? ਉਹਦਾ ਤਕਰੀਬਨ 8 ਕਿਲੋ 8.5 ਕਿਲੋ ਦੀ ਇੱਕ ਪਲੇਟ ਹੁੰਦੀ ਆ ਉਹ ਬੁਲਟ ਪ੍ਰੂਫ ਦੀ। ਉਹ ਤੁਸੀਂ 2 ਪਾਉਂਦੇ ਸੀ? 2 ਪੈਂਦੀਆਂ ਸੀਗੀਆਂ, 16 17.5 ਦੇ ਬਸ ਇੱਥੇ ਸੀਗੀਆਂ। ਬਾਕੀ ਦੇਖ ਲਓ ਤੁਸੀਂ ਮੈਗਜ਼ੀਨ ਹੁੰਦੇ ਸੀਗੇ 3-4 ਗੰਨਾਂ ਦੇ ਨਾਲ, ਬਾਕੀ ਗ੍ਰਨੇਡ ਹੁੰਦੇ ਸੀਗੇ, ਅਮਨੀਸ਼ਨ ਹੁੰਦਾ ਸੀਗਾ, ਫਿਰ ਪਾਣੀ ਦੀ ਬੋਤਲ ਹੁੰਦੀ ਸੀਗੀ, ਫਿਰ ਆਪਣੀ ਰੋਟੀ ਵੀ ਹੁੰਦੀ ਸੀਗੀ, ਫਿਰ ਪੈਕ ਪਿੱਠੂ ਵੀ ਹੁੰਦਾ ਸੀ ਜਿਹਦੇ ਵਿੱਚ ਮਾੜਾ ਮੋਟਾ ਜੇ ਠੰਡ ਲੱਗੂਗੀ ਤਾਂ ਕੱਪੜਾ ਵੀ ਲੈਣਾ ਪਊਗਾ। ਅਤੇ ਇੱਕ ਇਹਨਾਂ ਦੀ ਵਰਦੀ ਵਿੱਚ ਰੱਖਦੇ ਸੀਗੇ ਵੀ ਜੇ ਕਿਤੇ ਬਾਰਿਸ਼ ਜ਼ਿਆਦਾ ਪੈਣ ਲੱਗ ਗਈ ਭਿੱਜ ਗਈ ਫਿਰ ਭਿੱਜੀ ਹੋਈ ਸਾਈਡ 'ਤੇ ਕਰਾਂਗੇ, ਫਿਰ ਦੂਜੀ ਵਿੱਚੋਂ ਕੱਢ ਕੇ ਦੂਜੀ ਪਾ ਲਾਂਗੇ। ਅੱਛਾ, ਸਾਰਾ ਸਮਾਨ ਜਿਹੜਾ ਸੀ ਤੁਸੀਂ ਕਿਤੇ ਵੀ ਜਾਂਦੇ ਸੀ ਸਾਰਾ ਸਮਾਨ ਤੁਹਾਡੇ ਨਾਲ ਹੀ ਹੁੰਦਾ ਸੀ? ਬਿਲਕੁਲ ਨਾਲ ਹੁੰਦਾ ਸੀਗਾ ਜੀ, ਚਾਹੇ ਲੜਾਈ ਲੱਗੀ ਹੋਈ ਹੈ ਤਾਂ ਵੀ ਨਾਲ ਹੈ? ਬਿਲਕੁਲ ਨਾਲ ਰਹੂਗਾ ਉਹ। ਉੱਥੇ ਤਾਂ ਹੈ ਹੀ ਨਹੀਂ ਤੀ ਵੀ ਅੱਜ ਮੈਂ ਤਾਂ ਜਾ ਕੇ ਉੱਪਰ ਕਿਤੇ ਹਾਈਟ ਦੇ ਉੱਪਰ ਚੜ੍ਹਿਆ, ਉੱਥੇ ਜਾ ਕੇ ਤੂੰ ਕਹਿ ਦੇ ਮੇਰੇ ਕੋਲ ਤਾਂ ਕੱਪੜਾ ਨਹੀਂ ਹੈਗਾ ਜਾਂ ਮੇਰੇ ਕੋਲ ਪਾਣੀ ਨਹੀਂ ਹੈਗਾ, ਤੈਨੂੰ ਕੌਣ ਦੇਣ ਜਾਊਗਾ ਉੱਥੇ? ਉੱਥੇ ਸਿਰਫ ਇਹ ਚੀਜ਼ ਦੀ ਪਹਿਲਾਂ ਫੌਜ ਸਿਖਲਾਈ ਦਿੱਤੀ ਜਾਂਦੀ ਵੀ ਆਪਣਾ ਜਿਹੜਾ ਰਾਸ਼ਨ ਪਾਣੀ ਸਾਰਾ ਲੈ ਕੇ ਜਾਣਾ। ਇਹ ਨਹੀਂ ਪਤਾ ਤੁਸੀਂ 4 ਘੰਟੇ 'ਚ ਮੁੜ ਜਾਵੋ ਤੇ 4 ਦਿਨ ਵੀ ਲੱਗ ਸਕਦੇ ਨੇ, ਇੱਦਾਂ ਦੀ ਸਥਿਤੀ ਹੁੰਦੀ ਆ। 4 ਦਿਨ ਲੱਗਣਗੇ ਫਿਰ ਤਾਂ ਫੌਜ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਵੀ ਅੱਜ ਵੀ 2-2 ਦਿਨ ਦਾ ਰਾਸ਼ਨ ਇਹਨਾਂ ਕੋਲ ਹੈਗਾ, ਬਾਕੀ ਹੈ ਨਹੀਂ ਆ। ਫਿਰ ਉਹ ਏਰੀਆ ਸਾਨੂੰ ਪੁੱਛ ਲੈਂਦੇ ਸੀ, ਫਿਰ ਉਸ ਏਰੀਏ ਦੇ ਵਿੱਚ ਦਿਨ ਦੇ ਟਾਈਮ 'ਤੇ ਹਰਕਤ ਕਰਦੇ ਸੀਗੇ, ਉੱਥੇ ਸਾਡਾ ਲੰਗਰ ਵਗੈਰਾ ਗੱਡੀਆਂ ਪਹੁੰਚ ਜਾਂਦੀਆਂ ਸੀਗੀਆਂ। ਫਿਰ ਅਸੀਂ ਉਸ ਹਾਈਟ ਦੇ ਉੱਪਰੋਂ 1-2 ਬੰਦੇ ਲੈ ਕੇ ਸਿਵਲੀਅਨ ਨਾਲ ਲੈ ਕੇ ਵੀ ਰਸਤਾ ਕਿੱਧਰ ਜੀ ਜਾਂਦਾ, ਫਿਰ ਮੈਪ ਕੋਲੇ ਹੁੰਦੇ ਸੀ, ਫਿਰ ਉੱਥੇ ਜਾ ਕੇ ਅਸੀਂ ਜਾਣਾ, ਫਿਰ ਬਸ ਇਕੱਠਾ ਉਹਨਾਂ ਲੈ ਲੈਣਾ ਜਿਹੜਾ ਕਿ 2-3 ਦਿਨ ਹੋਰ ਨਿਕਲ ਜਾਂਦੇ ਸੀਗੇ। ਜਿਵੇਂ ਤੁਸੀਂ ਆਪਾਂ ਗੱਲ ਕਰਦੇ ਸੀ ਮੈਪ, ਤੁਹਾਡੇ ਕੋਲ ਮੈਪ ਹੁੰਦਾ ਸੀ ਇਕੱਲਾ, ਜਿਵੇਂ ਹੁਣ ਬਗਾਨੀ ਜਗ੍ਹਾ 'ਤੇ ਜਾਣਾ, ਹੁਣ ਮੰਨ ਲਓ ਮੈਂ ਇਸ ਪਿੰਡ ਦੇ ਵਿੱਚ ਆਇਆ, ਪਹਿਲੀ ਵਾਰ ਆਇਆ, ਮੈਨੂੰ ਇਸ ਪਿੰਡ ਦਾ ਨਹੀਂ ਪਤਾ ਵੀ ਕਿਹੜੀ ਗਲੀ ਕਿੱਧਰ ਨੂੰ ਜਾਂਦੀ ਹੈ, ਤੁਹਾਨੂੰ ਇਸ ਗੱਲ ਦਾ ਭੇਤ ਹੈ, ਫਿਰ ਉੱਥੇ ਵੀ ਤੁਸੀਂ ਫਿਰ ਕਿਵੇਂ ਜਾਂਦੇ ਹੁੰਦੇ ਸੀਗੇ ਉਸ ਜਗ੍ਹਾ 'ਤੇ? ਸਾਡਾ ਹੋਰ ਵੀ ਹੁੰਦਾ ਸੀ ਨਾ ਇੱਕ ਮੈਪ, ਤਾਂ ਸਾਨੂੰ ਜਿਹੜੇ ਜਗ੍ਹਾ ਦੱਸਦਾ ਸੀਗਾ ਵੀ ਕਿਹੜੀ ਜਗ੍ਹਾ ਚੱਲੇ ਆ। ਜੇ ਉਸ ਜਗ੍ਹਾ ਵਿੱਚ ਹੁਣ ਕੱਲੀ ਜਗ੍ਹਾ ਜਿਹੜੀ ਕਿ ਮੈਪ ਉੱਪਰ ਮੌਜੂਦ ਨਹੀਂ ਆ, ਕੋਈ ਗਲੀਆਂ ਵੀ ਨਹੀਂ ਮੌਜੂਦ ਹੈਗੀਆਂ ਜਿਹੜੀਆਂ ਕਿ ਬਾਅਦ ਵਿੱਚ ਬਣੀਆਂ ਨੇ ਮੈਪ ਤੋਂ, ਫਿਰ ਉਹ ਅਸੀਂ ਜੇ ਕੋਈ ਪਿੰਡ ਦਾ ਜੇ ਕੋਈ ਬੰਦਾ ਬਾਹਰ ਰਹਿੰਦੇ ਨੇ ਫਿਰ ਉਹ ਨਾਲ ਆ ਵੀ ਥਾਂ ਵੀ ਤੇਰਾ ਕਿਹੜਾ ਪਿੰਡ ਆ, ਉਹਨੂੰ ਪੁੱਛਣਾ, ਉਹਨੇ ਕਹਿਣਾ ਜੀ ਮੇਰਾ ਪਿੰਡ ਇਹੀ ਆ, ਬਸ ਫਿਰ ਉਹਨੇ ਸਾਨੂੰ ਸਾਡੀ ਬਹੁਤ ਹੈਲਪ ਕਰਨੀ, ਉਹਨੇ ਜਿੱਥੇ ਅਸੀਂ ਟਿਕਾਣੇ 'ਤੇ ਪਹੁੰਚਣਾ ਉੱਥੇ ਤੱਕ ਪਹੁੰਚਦਾ ਕਰ ਦਿੰਦੇ ਸੀ ਉਹ। ਇਹ ਚੀਜ਼ ਦੀ ਹੈਲਪ ਮਿਲਦੀ ਬਹੁਤ। ਜਿਵੇਂ ਹੁਣ ਤੱਕ ਤੁਸੀਂ ਕਾਫੀ ਲੰਬੀ ਲੋਕ ਸੰਯੋਗ ਬਹੁਤ, ਮਤਲਬ ਕਿ ਜਿਵੇਂ ਕਿਹੜਾ ਕਹਿਣ ਦਾ ਭਾਵ ਸਾਥ ਜਿਹੜਾ ਉਹ ਪਿੰਡ ਵਾਲੇ ਲੋਕ, ਕਿਉਂਕਿ ਮਿਲੀਲੈਂਡ ਤੋਂ ਦੁਖੀ ਬਹੁਤ ਸੀ, ਸਾਰੇ ਬੰਦੇ ਪਿੰਡ ਦੇ ਤਾਂ ਇਹ ਚਾਹੁੰਦੇ ਨਹੀਂ ਸੀਗੇ ਵੀ ਮਤਲਬ ਸਾਡੇ ਆ ਕੇ ਦਹਿਸ਼ਤ ਪਾਉਣ ਫੌਜੀ, ਵੀ ਫੌਜ ਆ ਕੇ ਸਾਡੇ ਇੱਥੇ ਆਹ ਕੁਛ ਕਰੇ। ਜਿਹੜੀ ਕੁਝ ਕੁ ਲੋਕ ਜਿਹੜੇ ਵਿਚਾਰੇ ਆਪਦੀ ਇਮਾਨਦਾਰੀ 'ਤੇ ਕੰਮ ਕਰਨ ਵਾਲੇ ਨੇ ਉਹ ਕਹਿੰਦੇ ਯਾਰ ਦੁਖੀ ਹੋ ਗਏ ਮਿਲੀਲੈਂਡਾਂ ਤੋਂ, ਉਹ ਫਿਰ ਜੇ ਫੌਜ ਆਪਣੀ ਫੌਜ ਇੰਡੀਆ ਨੂੰ ਫਿਰ ਕਹਿੰਦੇ ਯਾਰ ਆ ਗਏ, ਫਿਰ ਉਹ ਆਪਣਾ ਸਾਥ ਦੇਣ ਲੱਗ ਗਏ ਸੀ ਉੱਥੇ। ਫਿਰ ਉਹ ਦੱਸ ਵੀ ਦਿੰਦੇ ਸੀਗੇ ਵੀ ਵੀ ਘਰ ਦੇ ਵਿੱਚ ਇੰਨੇ ਮੈਂਬਰ ਨੇ, ਇਹਨਾਂ ਵਿੱਚੋਂ ਇੰਨੇ ਮੈਂਬਰ ਗਏ ਹੋਏ ਨੇ ਪਾਕਿਸਤਾਨ ਦੇ ਵਿੱਚ, ਇੰਨੇ ਮੈਂਬਰ ਨੇ, 2 ਬੰਦੇ ਹਥਿਆਰ 'ਚ ਫੜੇ ਹੋਏ ਨੇ, ਇਹਨਾਂ ਦਾ ਮੁੰਡਾ ਇਹਨਾਂ ਦਾ ਮਿਲੀਲੈਂਡ ਬਣ ਗਿਆ। ਅੱਛਾ, ਉਹਦੇ ਵਿੱਚ ਅਸੀਂ ਫਿਰ ਪਿੰਡਾਂ ਦੀਆਂ ਲਿਸਟਾਂ ਵੀ ਲੈ ਲੈਂਦੇ ਸੀ, ਸਰਪੰਚਾਂ ਕੋਲ ਲਿਸਟਾਂ ਮਿਲ ਜਾਂਦੀਆਂ ਸੀਗੀਆਂ, ਫਿਰ ਅਸੀਂ ਕੁੱਲ ਕਿੰਨੇ ਪਿੰਡ ਦੇ ਵਿੱਚ ਵੀ ਇਹਦੇ 'ਚ ਕਿੰਨੇ ਮਿਲੀਲੈਂਡ, ਫਿਰ ਅਸੀਂ ਉਹਨਾਂ ਘਰਾਂ ਦੇ ਉੱਪਰ ਨਿਗਰਾਨੀ ਰੱਖਦੇ ਹੁੰਦੇ ਸੀਗੇ। ਫਿਰ ਉਹ ਬੰਦਾ ਸਾਨੂੰ ਜਿਹੜਾ ਸਾਡੀ ਪੂਰੀ ਸਪੋਰਟ ਕਰਦਾ ਸੀਗਾ। ਆਥਣ ਸਵੇਰੇ ਸਾਡੇ 15-20 ਕਿਲੋਮੀਟਰ 25 ਕਿਲੋਮੀਟਰ ਸਾਡੀ ਯੂਨਿਟ ਆਪਦੀ ਹੁੰਦੀ ਸੀ, ਸਾਡੇ ਕੰਪਨੀਆਂ ਲੱਗੀਆਂ ਹੁੰਦੀਆਂ ਸੀਗੀਆਂ, ਫਿਰ ਉਹ ਕੰਪਨੀ ਤੱਕ ਜਾ ਕੇ ਦੱਸਦਾ ਸੀਗਾ ਵੀ ਅੱਜ ਫਲਾਨਾ ਬੰਦਾ ਆਇਆ ਵਿਆ, ਅੱਜ ਉਹਨੇ ਆਉਣਾ, ਕਿਉਂਕਿ ਦਾਰੂ ਉਸ ਟਾਈਮ 'ਤੇ ਉਹਨਾਂ ਦੇ ਇਲਾਕੇ ਵਿੱਚ ਦਾਰੂ ਨਹੀਂ ਮਿਲਦੀ ਹੈਗੀ, ਸਿਰਫ ਮੀਟ ਅਤੇ ਅਫੀਮ ਵਗੈਰਾ ਚਰਸ ਵਗੈਰਾ ਲੈਂਦੇ ਨੇ ਉਹ ਲੋਕ ਜਿਹੜੇ ਪਾਕਿਸਤਾਨੀ ਨੇ। ਹਾਂਜੀ, ਫਿਰ ਉਹ ਆ ਕੇ ਮੀਟ ਬਣਵਾਉਂਦੇ ਸੀਗੇ, ਫਿਰ ਉਹਨੇ ਜਦ ਦੇਖਣਾ ਵੀ ਇੱਥੇ ਹੁਣ ਅੱਜ ਆ ਗਏ ਅੱਜ 10 ਬੰਦੇ, ਉਹਨੇ ਆ ਕੇ ਸਾਡੀ ਆਰਮੀ ਨੂੰ ਦੱਸਣਾ, ਫਿਰ ਆਰਮੀ ਨੇ ਨਾਲ ਤਾਂ ਉਹਨੂੰ 500-700 ਰੁਪਏ ਦੇਣਾ, ਨਾਲੇ ਉਹਨੂੰ ਰਾਸ਼ਨ ਵਗੈਰਾ ਵੀ ਦੇਣਾ ਉਹ ਬੰਦੇ ਨੂੰ ਜਿਹੜਾ ਵਿਚਾਰਾ ਆਪਦੇ ਪਿੰਡੋਂ ਚੱਲ ਕੇ ਆਇਆ, ਥੋੜ੍ਹਾ ਬਹੁਤ ਉਹਦੀ ਹੈਲਪ ਵੀ ਕਰਨੀ ਜਿੰਨੀ ਕੁ ਹੋ ਸਕੇ। ਜੇ ਗਰੀਬ ਆ ਵਿਚਾਰਾ, ਗਰੀਬ ਆ ਜਿਹੜਾ ਇਹੋ ਜਿਹਾ ਕੰਮ ਕਰੂਗਾ ਵਿਚਾਰਾ ਕੁਛ ਵੀ ਆ। ਇੱਕ ਚੀਜ਼ ਨਾ ਆਮ ਤੌਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਵੀ ਆਪਣੇ ਹੁਣ ਜਿਵੇਂ ਕਾਫੀ ਗੱਲਾਂ ਤੁਸੀਂ ਵੀ ਖਬਰਾਂ ਸੁਣਦੇ ਹੋਵੋਗੇ, ਕਹਿ ਦਿੰਦੇ ਨੇ ਵੀ ਪਾਕਿਸਤਾਨ ਨੇ ਹੁਣ ਇੰਨੇ ਅਟੈਕ, ਜਿਵੇਂ ਨਕਸਲੀ ਅਟੈਕ ਹੋ ਜਾਂਦੇ ਨੇ ਜਾਂ ਘੁਸਪੈਠ ਕੀਤੀ, ਕਹਿੰਦੇ ਆਤੰਕਵਾਦੀਆਂ ਨੇ ਮਾਰੇ ਗਏ, 3 ਮਾਰੇ ਗਏ, 4 ਮਾਰੇ ਗਏ, ਜਾਂ ਕੁਛ ਆਪਣੇ ਜਵਾਨ ਵੀ ਸ਼ਹੀਦ ਹੁੰਦੇ ਨੇ। ਵੀ ਆਪਣੇ ਜਦ ਵੀ ਐਸੀਆਂ ਵਾਰਦਾਤਾਂ ਹੁੰਦੀਆਂ ਨੇ ਆਪਣੇ ਲੋਕ ਅਕਸਰ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਹ ਕਹਿੰਦੇ ਨੇ ਵੀ ਜੰਗ ਲੱਗ ਜੇ। ਤੁਸੀਂ ਤਾਂ ਪਿੰਡ ਦੇ ਹੰਢਾਈ ਹੈ ਕਿ ਜੰਗ ਲੱਗਣੀ, ਤੁਸੀਂ ਚਾਹੁੰਦੇ ਹੋ ਵੀ ਕਦੇ ਜੰਗ ਲੱਗੇ? ਜੰਗ ਦਾ ਤਾਂ ਬਹੁਤ ਇੱਕ ਬਹੁਤ ਭਿਆਨਕ ਨਤੀਜਾ ਨਿਕਲਣਾ ਜੰਗ ਦਾ, ਇਹ ਤਾਂ ਹੈ ਨਹੀਂ ਆ ਵੀ ਜੰਗ ਨਾਲ ਕੋਈ ਇੱਥੇ ਲੱਡੂ ਵੰਡ ਹੋਣੇ ਨੇ।
ਉੱਥੇ ਤਾਂ ਫਿਰ ਨੁਕਸਾਨ ਹੋਣਾ। ਨੁਕਸਾਨ ਵਿੱਚ ਜੰਗ ਦੇ ਵਿੱਚ ਕਿੰਨਾ ਨੁਕਸਾਨ ਹੋਊਗਾ ਕੀ ਪਤਾ ਆਪਾਂ ਨੂੰ, ਕੁਛ ਨਹੀਂ ਪਤਾ। ਜੰਗ ਦਾ ਤਾਂ ਜੰਗ ਜੇ ਕੋਈ ਚੀਜ਼ ਸਮਝੌਤਾ ਹੋ ਜਾਵੇ ਉਹਦੇ ਵਰਗੀ ਰੀਸ ਕੋਈ ਨਹੀਂ ਆ। ਅਤੇ ਜਿਹੜਾ ਜੰਗ ਦਾ ਫਿਰ ਇੱਕ ਜਿਵੇਂ ਕਹਿ ਲਾ ਵੀ ਮੂੰਹ ਲਾਲ ਵਾਲਾ ਕੰਮ ਆ। ਅਗਲਾ ਬਾਹਰ ਕਹਿੰਦਾ ਜੰਗ ਲੱਗ ਜਾਵੇ, ਜੰਗ ਦਾ ਨਾਂ ਤਾਂ ਜੰਗ ਵਾਲਾ ਕਹਿ ਦਿੰਦਾ। ਜਿਹੜੇ ਬੰਦੇ ਭੁਗਤਦੇ ਨੇ ਜੰਗ, ਜਿਹੜੇ ਬੰਦੇ ਉੱਥੇ ਕਰਦੇ ਨੇ ਜੰਗ, ਉਹਨਾਂ ਨੂੰ ਪਤਾ ਵੀ ਰਾਤ ਕਦੋਂ ਹੋਣੀ ਆ, ਦਿਨ ਕਦੋਂ ਹੋਣਾ। ਨਹਾਉਣਾ ਨਹੀਂ ਮਿਲਦਾ ਹੈਗਾ। ਜੇ ਹੁਣ ਕਾਰਗਿਲ ਦੀ ਲੜਾਈ ਲੱਗੀ ਵੀ ਸੀਗੀ, ਸਾਡੀ ਪਲਟਨ ਨੂੰ ਸਿਰਫ ਉੱਥੇ ਅਮਰੀਸ਼ਰ ਡੈਂਪ 'ਤੇ ਜਾ ਕੇ ਆਪਣੇ ਰਾਸ਼ਨ ਗੱਡੀਆਂ ਉੱਥੇ ਉਹ ਕਰਨਗੇ। ਜਿਹੜੀ ਮੌਜੂਦਾ ਯੂਨਿਟਾਂ ਸੀ ਉਹ ਤਾਂ ਪਹਿਲਾਂ ਲਾ ਚੁੱਕੇ ਸੀ ਇਹ ਸਾਰੀਆਂ ਉੱਥੇ, ਕਿਉਂਕਿ ਭੇਡਾਂ ਬੱਕਰੀਆਂ ਵਾਲਿਆਂ ਨੇ ਦੱਸਤਾ ਸੀ ਵੀ ਤੁਹਾਡੇ ਪਿੱਛੇ ਬਲੋਚਾਂ ਵਗੈਰਾ ਆ ਕੇ ਲੱਗ ਗਈਆਂ ਨੇ, ਵੀ ਪਿੱਛੇ ਇੰਨਾ ਵੀ ਪਿੱਛੇ ਡੈਂਪ ਹੋ ਗਿਆ, ਆਹ ਕੁਛ ਹੋ ਗਿਆ। ਆਪਣੇ ਇੰਡੀਆ ਵਾਲਿਆਂ ਨੂੰ ਬਹੁਤ ਇਹਨਾਂ ਨੇ ਭੇਡਾਂ ਬੱਕਰੀਆਂ ਨਾਲਿਆਂ ਵਿੱਚ ਹੀ ਕਰਾਸ ਹੁੰਦੇ ਸੀ। ਇਹਨਾਂ ਤੋਂ ਲੋਕਾਂ ਤੋਂ ਲੱਗਿਆ ਪਤਾ ਵੀ ਪਿੱਛੇ ਆਪਦਾ ਇਹਨਾਂ ਨੇ ਕਮਾਂਡ ਪੋਸਟਾਂ ਕੀ ਆਪਣੇ ਡੈਂਪ ਵਗੈਰਾ ਪੁੱਟ ਲਏ ਨੇ, ਅਤੇ ਪਿੱਛੇ ਪਾਕਿਸਤਾਨ ਨੇ ਵੀ ਪਿੱਛੇ ਬਲੋਚ ਕੀ ਹੋਰ ਯੂਨਿਟਾਂ ਵੀ ਨੇ ਇਹਨਾਂ ਦੀਆਂ, ਵੀ ਉਹਨਾਂ ਦੇ ਪਿੱਛੇ ਡੈਂਪਿੰਗ ਹੋ ਰਹੀ ਹੈ। ਉਹਦਾ ਡੈਂਪਿੰਗ ਦਾ ਮਤਲਬ ਕੀ ਸੀ ਵੀ ਮਤਲਬ ਹੁਣ ਇਹ ਆਪਣੇ ਪੋਸਟਾਂ ਨੂੰ ਤਬਾਹ ਕਰਨਗੇ, ਔਰ ਆਪਣਾ ਜਿਹੜਾ ਥਾਂ ਜਿਹੜਾ ਆਪਣਾ ਜਿਹਦੇ ਵਿੱਚ ਰੌਲਾ ਚੱਲ ਰਿਹਾ ਵੀ ਉਹ ਰੌਲਾ ਇਹ ਆਕੂਪਾਈ ਮਤਲਬ ਹੁਣ ਇਹ ਖਿੱਚਣਗੇ ਆਪਦੇ ਵੱਲ ਨੂੰ, ਜਗ੍ਹਾ ਆਕੂਪਾਈ ਕਰ ਜਦੋਂ ਕਪਾਂ ਨੇ। ਲੇਕਿਨ ਉੱਥੋਂ ਫਿਰ ਆਪਣੇ ਸਚੇਤ ਹੋ ਗਏ, ਉਦੋਂ ਅਟਲ ਬਿਹਾਰੀ ਵਾਜਪਾਈ ਸੀਗੇ। ਹਾਂਜੀ ਫਿਰ ਇਹੋ ਜਿਹੀ ਅਸਾਂ ਕਰ ਹੋ ਗਈਆਂ। ਫਿਰ ਆਪਣੀ ਜਿਹੜੀਆਂ ਸਿੱਖ ਯੂਨਿਟਾਂ ਸੀ ਫਿਰ ਇਹਨਾਂ ਆਪਦੀ ਪਿੱਛੇ ਸਪੋਰਟ 'ਤੇ ਰਹੇ ਅਸੀਂ। ਪਰ ਸਾਨੂੰ ਇਹ ਕਿਹਾ ਵੀ ਜੇ ਲੋੜ ਪਈ ਤਾਂ ਇੱਥੋਂ ਤਿਆਰ ਹੋਏ ਸਿੱਧੇ ਤਾਂ ਜਾਣਾ, ਵੀ ਤੁਸੀਂ ਉਹਨਾਂ ਚਿਰ ਪਿੱਛੇ ਰਹੋ, ਹਜੇ ਮੂਹਰੇ ਲੜ ਰਹੀ ਆ ਫੌਜ ਹੈਗੀ ਆਪਣੀ। ਫਿਰ ਅਸੀਂ ਪਿੱਛੋਂ ਮਤਲਬ ਜਿਵੇਂ ਇੱਕ ਰੈਪ ਕਰਨਾ ਜਾਂ ਚੀਜ਼ ਦੇ ਪਿੱਛੇ ਸਪੋਰਟ ਦੇਣੀ, ਜੋ ਜਿੰਨੇ ਕੁ ਬੰਦੇ ਉਹਦੇ ਘੱਟਦੇ ਜਾਂ ਕੁਛ ਵੀ ਹੁੰਦਾ ਸੀ। ਪਰ ਉੱਥੇ ਕੋਈ ਅੰਨ੍ਹੇਵਾਹ ਕੰਮ ਚੱਲਿਆ ਪੂਰਾ, ਇੱਦਾਂ ਦੀ ਤਾਂ ਹੈ ਨਹੀਂ। ਬਫੋਰਸ ਜੋ ਰਾਜੀਵ ਗਾਂਧੀ ਨੇ ਆਪਾਂ ਨੂੰ ਦਿੱਤੀ ਸੀਗੀ 22 ਨੰਬਰ ਆਪਣੇ ਬਫੋਰ ਸੀਗੀ ਜਿਹੜੀ ਆਪਣੇ ਗਨ ਸੀਗੀ, ਉਹ ਇਹਦੀ ਦੇਣ ਆ। ਉੱਥੇ ਰਾਜੀਵ ਨੂੰ ਬਹੁਤ ਚੰਗੀ ਤਰ੍ਹਾਂ ਲੋਕਾਂ ਨੇ ਯਾਦ ਕੀਤਾ ਵੀ ਵਾਹ ਵੀ ਵਾਹ, ਆਹ ਚੀਜ਼ ਤਾਂ ਬਹੁਤ ਵਧੀਆ ਦਿੱਤੀ। ਜਿਹਦੀ 35 ਕਿਲੋਮੀਟਰ 'ਤੇ ਰੇਂਜ ਸੀ, ਉਹਦਾ ਪੂਰਾ 35-40 ਕਿਲੋਮੀਟਰ 'ਤੇ ਉਹ ਢਾਉਂਦੀ ਸੀਗੀ ਹਰ ਜਗ੍ਹਾ 'ਤੇ। ਗੋਲਾ ਬਹੁਤ ਚੰਗਾ ਤਕੜਾ ਪੈਂਦਾ ਸੀਗਾ, ਜਿੱਦਾਂ ਆਪਣੇ ਕੰਬਾਈਨ ਹੁੰਦੀ ਆ, ਇੱਦਾਂ ਕੰਬਾਈਨ ਵਾਲਾ ਕੰਮ ਸੀ ਉਹਦਾ। ਫਿਰ ਉਹਨਾਂ ਨੇ ਕੰਮ ਕਰਿਆ, ਫਿਰ ਉਹਨਾਂ ਨੇ ਭਜਾਈ ਪਿੱਛੇ ਸਾਰੀ ਫੌਜ ਉਹਨਾਂ ਦੀ। ਕਦੇ ਐਂ ਵੀ ਹੋਇਆ ਵੀ ਬਿਨਾਂ ਹਥਿਆਰਾਂ ਤੋਂ, ਬਿਨਾਂ ਰਿਵਾਲਵਰਾਂ ਤੋਂ, ਚਾਕੂਆਂ ਗ੍ਰਨੇਡ ਤੋਂ ਕਦੇ ਹੱਥੋਂ ਪਾਈ ਹੋਏ ਹੋਣ ਕਿਸੇ ਹੱਥੋਂ ਪਾਈ ਦਾ ਤਾਂ ਹੋਈ ਉਸ ਇਲਾਕੇ ਵਿੱਚ ਹਥਿਆਰ ਤੋਂ ਬਿਨਾਂ ਬੰਦਾ ਰਹਿ ਨਹੀਂ ਸਕਦਾ ਹੈਗਾ। ਕਿਤੇ ਵੀ ਜਾਣਾ ਆਪਾਂ, ਕਿਤੇ ਲੈਟਰੀਨ ਵੀ ਜਾਣਾ ਜਾਂ 2 ਬੰਦਿਆਂ ਤੋਂ ਬਿਨਾਂ ਕਿਤੇ ਜਾਣਾ ਨਹੀਂ, ਇਕੱਲਾ ਬੰਦਾ ਤਾਂ ਹਰਕਤ ਕਰਦਾ ਨਹੀਂ ਸੀਗਾ ਫੌਜ 'ਚ ਉੱਥੇ ਕਿਤੇ ਵੀ। ਜੇ ਹੁਣ ਕਦੇ ਮਤਲਬ ਕਹਿਣ ਦਾ ਭਾਵ ਆ ਵੱਡੀ ਦੇ ਵਿੱਚ ਕੰਮ ਚੱਲਦਾ ਫੌਜ ਦੇ ਵਿੱਚ। ਵੱਡੀ ਮੇਰਾ ਕਹਿਣ ਦਾ ਭਾਵ ਵੀ ਇੱਕ ਬੰਦੇ ਦੀ ਜਗ੍ਹਾ 'ਤੇ 3 ਬੰਦੇ ਨਾਲ ਰਹਿਣਗੇ। ਜੇ ਲੈਟਰੀਨ ਜਾਊਗਾ ਤਾਂ ਉਹਦਾ ਹਥਿਆਰ ਫੜੂਗਾ, ਦੂਜਾ ਉੱਥੇ ਖੜੂਗਾ ਆਲਾ ਦੁਆਲਾ ਦੇਖੂਗਾ ਤਾਂ ਉਹ ਲੈਟਰੀਨ ਜਾਊਗਾ, ਕਿਉਂਕਿ ਲੈਟਰੀਨ ਤਾਂ ਬਣੀਆਂ ਨਹੀਂ ਪਈਆਂ ਉੱਥੇ। ਇਹੋ ਜਿਹਾ ਏਰੀਆ ਸੀਗਾ ਵੀ ਪਹਾੜੀ ਏਰੀਆ, ਕਦੇ ਕੋਈ ਨਾਲੇ 'ਚ ਬੰਦਾ ਵੜ ਗਿਆ ਅਤੇ ਉੱਪਰੋਂ ਸਾਲਾ ਉੱਥੇ ਜਾ ਕੇ ਲੈਟਰੀਨ ਬੈਠਾ ਹੀ ਬੰਦਾ ਢਾਹ ਲਿਆ ਉਹਨਾਂ ਨੇ, ਜਾਂ ਕਿਤੇ ਕੋਈ ਬੰਦਾ ਛੁਪਿਆ ਬੈਠਾ। ਆਪਾਂ ਨੂੰ ਕੀ ਪਤਾ ਉਹਨਾਂ ਦੇ ਇਲਾਕੇ ਦੇ ਵਿੱਚ ਕੀ ਬੰਦਾ ਕਿੱਥੇ ਕੀ ਹੋ ਰਿਹਾ। ਲੇਕਿਨ ਉਹ ਬਸ ਜਦ ਲੈਟਰੀਨ ਪਾਣੀ ਵੀ ਜਾਣਾ ਜਾਂ ਕਿਤੇ ਨਹਾਉਣਾ ਵੀ ਆ ਜਾਂ ਕਿਤੇ ਕੋਈ ਕਰਨਾ ਤਾਂ ਵੱਡੀ ਵਿੱਚ ਰਹਿਣਾ। ਵੱਡੀ ਮਤਲਬ ਮੇਰਾ ਕਹਿਣ ਦਾ ਭਾਵ ਵੀ 2 ਬੰਦੇ ਜਾਂ 3 ਬੰਦੇ ਗਰੁੱਪ 'ਚ ਰਹਿਣਾ, ਬਿਨਾਂ ਆਪਦੀ ਮਰਜ਼ੀ ਨਾਲ ਕੋਈ ਕਾਰਵਾਈ ਨਹੀਂ ਕਰਨੀ ਹੈਗੀ। ਹਰ ਇੱਕ ਟਾਈਮ ਦੇ ਉੱਪਰ, ਹਰ ਰਾਤ ਨੂੰ, ਹਰ ਦਿਨੇ ਸਾਡੇ ਕੋਲ ਹਥਿਆਰ ਹੁੰਦਾ ਸੀਗਾ। ਬਿਨਾਂ ਹਥਿਆਰ ਤੋਂ ਤਾਂ ਰਾਤ ਨੂੰ ਵੀ ਜੇ ਸੌਂਦੇ ਸੀ ਗਨ ਕੋਲੇ ਹੁੰਦੀ ਸੀ, ਪਈ ਹੁੰਦੀ ਸੀ ਸੁੱਤੇ ਪਿਆ। ਸਿਰਫ ਇੰਨਾ ਕੁ ਸੀਗਾ ਵੀ ਮਤਲਬ ਭਰੀ ਨਹੀਂ, ਮਤਲਬ ਕਿ ਉਹਦੇ ਆਫ ਕੀਤੀ ਹੁੰਦੀ ਸੀ, ਔਨ ਨਹੀਂ ਹੁੰਦੀ। ਔਨ ਆਪ ਉੱਠ ਕੇ ਕਰਨੀ ਪੈਂਦੀ ਸੀਗੀ। ਅੱਛਾ, ਜੇ ਮੰਨ ਲਓ ਹੁਣ ਤੁਸੀਂ ਬਹੁਤ ਲੰਬਾ, ਹੁਣ ਤੁਹਾਨੂੰ ਰਿਟਾਇਰ ਹੋਏ ਨੂੰ ਕਿੰਨੇ ਸਾਲ ਹੋ ਗਏ? ਮੈਨੂੰ 17 ਸਾਲ ਹੋ ਗਏ। 17 ਸਾਲ, ਬਹੁਤ ਲੰਬਾ ਸਮਾਂ ਹੋ ਗਿਆ। ਵੀ ਜੇ ਮੰਨ ਲਓ ਕਹਿੰਦੇ ਇੱਕ ਫੌਜੀ ਦੇ ਦਿਲ 'ਚੋਂ, ਜ਼ਿਹਨ 'ਚੋਂ ਕਦੇ ਵੀ ਕਹਿੰਦੇ ਉਹ ਫੌਜ ਵਾਲਾ ਪ੍ਰੇਮ ਕਦੇ ਨਹੀਂ ਜਾਂਦਾ। ਹੁਣ ਮੰਨ ਲਓ ਅੱਜ ਤੁਹਾਨੂੰ ਬੁਲਾ ਲਿਆ ਜਾਵੇ ਵੀ ਭਾਈ ਬਲਵਿੰਦਰ ਸਿੰਘ ਜੀ ਤੁਸੀਂ ਵਾਪਸ ਆ ਜਾਓ, ਜਾਓਗੇ? ਬਿਲਕੁਲ ਜਾਵਾਂਗੇ। ਜੇ ਸਾਨੂੰ ਪੈਨਸ਼ਨ ਦੇ ਰਹੇ ਨੇ ਸਾਡੀ ਪਲਟਨ ਦੇ ਵਿੱਚ ਜਿਹੜੇ ਮੇਰੇ ਨਾਲ ਸੀ ਬੰਦੇ, ਕਿਉਂਕਿ ਮੈਨੂੰ ਘਰ ਦੀ ਮਜਬੂਰੀ ਕਰਕੇ ਥੋੜ੍ਹਾ ਜਿਹਾ ਉਸ ਤੋਂ ਪਹਿਲਾਂ ਆਉਣਾ ਪੈ ਗਿਆ। ਜੇ ਕੋਈ ਕੈਪਟਨ, ਕੋਈ ਸੂਬੇਦਾਰ ਵਗੈਰਾ ਰਿਟਾਇਰ ਹੋ ਕੇ ਗਏ ਨੇ, ਜੇ ਸਾਡੇ 15 ਪੰਜਾਬ ਦੇ ਸਾਡੇ ਕੋਈ ਆਪਦੇ CO ਸਾਹਿਬ ਜਾਂ ਸਾਡੇ ਮੇਜਰ ਸਾਹਿਬ ਜਾਂ ਸਾਡਾ ਕੋਈ ਉੱਥੋਂ ਮਤਲਬ ਸਾਡੇ ਨੁਮਾਇੰਦੇ ਜੀ ਸਾਡੇ ਕਹਿਣ ਵੀ ਸਾਡੇ ਆਹ ਗੱਲ ਹੋ ਗਈ ਵੀ ਤੁਸੀਂ ਆਓ ਤਾਂ ਅਸੀਂ ਜਾਵਾਂਗੇ। ਇਹ 'ਚ ਕਿਹੜੀ ਗੱਲ ਨਾ ਜਾਣ ਦੀ ਤਾਂ ਮਤਲਬ ਨਹੀਂ ਹੈਗਾ। ਹਜੇ ਵੀ ਦਿਲ ਉੱਦਾਂ ਦਾ ਹੀ ਆ, ਇੱਦਾਂ ਦੀ ਗੱਲ ਨਹੀਂ ਹੈਗੀ। ਪਿੱਠ ਥਾਉਣ ਵਾਲਾ ਕੰਮ ਤਾਂ ਕਰਿਆ ਨਹੀਂ, ਨਾ ਕਰਨਾ ਜਦ ਤੱਕ। ਇੱਦਾਂ ਦੇ ਮਤਲਬ ਉਹਨਾਂ ਨੇ ਇੱਕ ਜਿਵੇਂ ਕਹਿੰਦਾ ਦਿਮਾਗ ਦੇ ਵਿੱਚ, ਜਿਵੇਂ ਆਪਾਂ ਸਕੂਲ 'ਚ ਬੱਚਾ ਪੜ੍ਹਨੇ ਲਾਉਂਦਾ, ਆਪਾਂ ਪੜ੍ਹਦਾ ਬੱਚਾ ਪਹਿਲਾਂ ਊੜਾ ਆੜਾ ਸਿੱਖਦਾ, ਗਿਣਤੀ ਸਿੱਖਦਾ, ਉਹ ਚੀਜ਼ ਦੇ ਉੱਪਰ ਜਦ ਅਸੀਂ ਫੌਜ 'ਚ ਗਏ ਆ ਸਾਰਾ ਕੁਝ ਸਾਨੂੰ ਸਿਖਾਇਆ। ਮਾਂ ਪਿਓ ਵੀ ਉਹੀ ਬਣ ਜਾਂਦੇ ਨੇ, ਉਹਨਾਂ 'ਚ ਭਾਈ ਹੋ ਜਾਂਦੇ। ਲੇਕਿਨ ਇੱਦਾਂ ਦੀ ਇੱਕ ਰੁਚੀ ਬਣ ਜਾਂਦੀ ਹੈ ਜੇ ਆਪਾਂ ਘਰ ਵਿੱਚ ਵੀ ਹਜੇ ਆਪਾਂ ਇਹਨਾਂ ਆਪਸ ਵਿੱਚ ਲੜਦੇ ਹਾਂ ਅਤੇ ਫੌਜ 'ਚ ਤਾਂ ਲੜਨ ਦਿੰਦੇ ਨਹੀਂ ਹੈਗੇ। ਜੇ ਇੱਕ ਦੂਜੇ ਨਾਲ ਔਖੇ ਭਾਰੇ ਵੀ ਗੱਲ ਹੋ ਤਾਂ ਦੂਜੇ ਟਾਈਮ ਰੋਟੀ ਤੋਂ ਟਾਈਮ ਤੋਂ ਪਹਿਲਾਂ ਜੱਫੀ ਪਾ ਕੇ ਆਉਂਦੇ ਯਾਰ ਮੇਰੇ ਤੋਂ ਗਲਤੀ ਹੋ ਗਈ। ਇੰਨਾ ਪਿਆਰ ਸੀ ਆਪਸ ਵਿੱਚ। ਅੱਛਾ, ਦੇਖਿਆ ਜਾਵੇ ਬਲਵਿੰਦਰ ਸਿੰਘ ਜੀ ਵੀ ਇੱਕ ਤਾਂ ਚਲੋ ਸਵਾਲ ਕਿ ਅਨਹੋਣਾ ਜਿਹਾ ਐਵੇਂ ਕਹਿ ਸਕਦਾ, ਕਿੰਨੇ ਕੁ ਅੱਤਵਾਦੀ ਢੇਰ ਕੀਤੇ ਹੋਣਗੇ ਫਿਰ ਬਲਵਿੰਦਰ ਨੇ? ਜੇ ਮੇਰੇ ਤਾਂ ਹੁਣ ਕੁੱਲ ਮਿਲਾ ਕੇ ਤਾਂ ਕੋਈ 10-12 ਦੀ ਗਿਣਤੀ 'ਚ ਤਾਂ ਮੇਰੇ ਆਪਦੇ ਅੰਡਰ 'ਚ ਆ ਗਏ ਹੋਣਗੇ। ਤੁਸੀਂ ਆਪ ਮਾਰੇ ਜਿਹੜੇ ਮਤਲਬ ਕਹਿਣ ਦਾ ਭਾਵ ਜਦੋਂ ਪੂਰਾ ਸਰਕਲ ਜਾਂ ਪੂਰੀ ਯੂਨਿਟ ਹੀ ਮਤਲਬ ਬ੍ਰਿਗੇਡ ਹੀ ਲੜ ਰਿਹਾ, ਉੱਥੇ ਆਪਾਂ ਫਾਇਰ ਕਰ ਰਹੇ ਜੇ ਭੱਜੇ ਜਾਂਦੇ ਨੇ,
ਉੱਥੇ ਗੋਲੀ ਚਾਹੇ ਆਪਦੀ ਲੱਗੇ ਚਾਹੇ ਤੇਰੀ ਲੱਗੇ ਚਾਹੇ ਮੇਰੀ ਲੱਗੀ ਆ, ਮੈਂ ਥੋੜ੍ਹਾ ਕਹਿ ਸਕਦਾ ਵੀ ਮੇਰੀ ਉਹ ਹੋਈ ਆ। ਇਹ ਗੱਲ ਆ, ਲੇਕਿਨ ਢੇਰੀ ਤਾਂ ਸਾਡੇ 15 ਪੰਜਾਬ ਦੇ ਵਿੱਚ ਤਾਂ ਸਾਡਾ ਰਿਕਾਰਡ ਸੀਗਾ ਇਸ ਚੀਜ਼ ਦਾ। ਖਾਸ ਕਰ ਮੈਂ ਰਿਹਾ ਪਹਿਲਾਂ ਘਾਤਕ ਪਲਟੂਨ ਦੇ ਵਿੱਚ, ਫਿਰ ਮੈਂ ਕਮਾਂਡੋ 'ਚ ਵੀ ਰਿਹਾ, ਫਿਰ ਮੈਂ 81 ਮੋਟਰ ਦੇ ਵਿੱਚ ਸਟਾਈਟਰ ਵੀ ਰਿਹਾ। ਉਸ ਤੋਂ ਬਾਅਦ ਮੈਂ ਆਪਣੇ 7RR ਸਾਡੀ ਖੁੰਦਰੂ ਸੀਗੀ ਅਨੰਤਨਾਗ ਤੋਂ ਅੱਗੇ, ਫਿਰ ਮੈਂ ਉੱਥੇ 2-2.5 ਸਾਲ ਰਹਿ ਕੇ ਆਇਆ ਉੱਥੇ। ਮੈਂ ਉੱਥੇ ਵੀ ਮੇਰਾ ਇਹੀ ਕੰਮ ਸੀਗਾ, ਇੱਥੇ ਵਾਲਾ ਹੀ ਸਾਰਾ। ਵੱਧ ਪੈਂਦੇ ਸੀਗੇ? ਵੱਧ ਪੂਰਾ। ਐਦਾਂ ਦਾ ਮਤਲਬ ਨਹੀਂ ਸੀਗਾ ਵੀ ਮੈਂ ਬਿਜੀ ਆ, ਚਾਹੇ ਰਾਤ ਨੂੰ ਸੌਣ ਮਿਲੇ ਜਾਂ ਨਾ ਮਿਲੇ, ਪਰ ਜ਼ਰੂਰੀ ਕੀ ਆਪਦਾ ਮੁੱਦਾ ਜ਼ਰੂਰੀ ਆ। ਜਿਹੜਾ ਕਿਸੇ ਕਮਾਂਡਰ ਨੇ ਇੱਕ ਵਾਰ ਕਹਿਤਾ ਵੀ ਆਪਣੇ ਤੇ ਆਹ ਗੱਲ ਹੋ ਗਈ ਆ, ਇੱਦਾਂ ਹੋਊਗੀ, ਨਹੀਂ ਸਾਹਿਬ ਇੱਦਾਂ ਪਿੱਛੇ ਹਟਣ ਨਾਲ ਤਾਂ ਮਤਲਬ ਹੀ ਨਹੀਂ ਹੁੰਦਾ ਹੈਗਾ। ਫਾਇਦਾ ਛੁੱਟੀ ਜਾਣਾ ਤਾਂ ਕੋਈ ਗੱਲ ਨਹੀਂ ਸਾਹਿਬ, ਘਰ ਦੀ ਪ੍ਰੋਬਲਮ ਅੱਗੇ ਪਿੱਛੇ ਵੀ ਹੋ ਸਕਦੀ ਹੈ, ਪਰ ਆਹ ਚੀਜ਼ ਅੱਗੇ ਪਿੱਛੇ ਨਹੀਂ ਹੋ ਸਕਦੀ ਹੈਗੀ। ਸਾਥ ਦੇਵਾਂਗੇ, ਸਾਥ ਦਿੰਦੇ ਰਹਾਂਗੇ ਪਰਮਾਤਮਾ ਦੀ ਕਸਮ ਨਾਲ। ਉਹੀ ਚੀਜ਼ ਨੇ ਹਜੇ ਤੱਕ ਨਾਲ ਚੱਲ ਰਹੀ ਆ। ਪਰਮਾਤਮਾ ਦਾ ਵੀ ਹੱਥ ਤਾਂ ਹੀ ਆ ਖਾਨੀ, ਜੇ ਇੰਨੀਆਂ ਗੋਲੀਆਂ ਲੱਗੀਆਂ ਜਾਂ ਇੰਨਾ ਕੁਛ ਸਰੀਰ ਉੱਪਰ ਘੱਟ ਸੁਝਿਆ ਸਭ ਕੁਝ ਕਰਿਆ, ਤੇ ਪਰਮਾਤਮਾ ਕਿਹੜੇ ਰੰਗਾਂ ਤੇ ਰਾਜੀ ਆ? ਬਸ ਇਹਨਾਂ ਰੰਗਾਂ ਤੇ ਰਾਜੀ ਆ ਪਰਮਾਤਮਾ। ਜਿਵੇਂ ਤੁਸੀਂ ਪੈਰਾਂ ਤੇ ਵੀ ਦਿਖਾਏ ਸੀ ਵੀ ਹੈ ਨਾ, ਵੀ ਨਿਸ਼ਾਨ ਪ੍ਰੋਪਰ ਜਿਹੜੇ ਪਏ ਹੋਏ ਨੇ ਹੈ ਨਾ, ਆਪਾਂ ਥੋੜਾ ਦਿਖਾਇਓ ਮਾੜਾ ਜਿਹਾ ਵੀ ਕਿੱਥੇ ਕਿਹੜੇ ਨਿਸ਼ਾਨ ਨੇ। ਦੇਖੋ ਤੁਸੀਂ, ਆਹ ਦੇਖੋ, ਆਹ ਗੋਲੀ ਲੱਗੀ ਹੋਈ ਹੈ। ਹਾਂ, ਇਹ ਨਿਸ਼ਾਨ ਨੇ, ਮਤਲਬ ਐਦਾਂ ਹੁਣ ਕਈ ਜਗ੍ਹਾ ਹੁਣ ਪੂਰੇ ਭਰੇ ਹੋਏ ਨੇ, ਅੰਦਰੂਨੀ ਜਗ੍ਹਾ ਤੇ ਵੀ ਲੱਗੇ ਪਏ ਨੇ, ਸਾਰੀ ਜਗ੍ਹਾ ਤੇ ਲੱਗੇ ਪਏ ਨੇ ਸਰ। ਲੇਕਿਨ ਉਹ ਗੱਲ ਕੀ, ਉਸ ਤੋਂ ਬਾਅਦ ਆਪਰੇਸ਼ਨ ਟ੍ਰੀਟ ਕਰਾਉਂਦੇ ਹੁੰਦੇ ਸੀ ਕਿ ਡਾਕਟਰ ਵੀ ਨਾਲ ਹੁੰਦਾ ਸੀ ਤੁਹਾਡੇ? ਸਾਡੇ ਨਾਲ ਹੁੰਦਾ ਸੀਗਾ ਸਾਡਾ ਆਪਦਾ, ਹਾਂ ਸਾਡੇ ਫਸਟ ਏਡ ਦੇਣ ਵਾਸਤੇ ਸਾਡੇ ਨਾਲ। ਜੇ ਕੋਈ ਹੁਣ ਇੱਦਾਂ ਦੀ ਆ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਗੱਲਬਾਤ ਹੁੰਦੀ ਆ, ਉਸ ਤੋਂ ਬਾਅਦ ਫਿਰ ਹੁਣ ਡਾਕਟਰ ਪੱਟੀ। ਪਹਿਲੀ ਗੱਲ ਤਾਂ ਸਾਡੇ ਕੋਲ ਸਮਾਨ ਆਪਦੇ ਕੋਲ ਹੁੰਦਾ ਸੀਗਾ, ਹਰ ਬੰਦੇ ਕੋਲ ਸਮਾਨ ਹੁੰਦਾ ਨਾਲ। ਠੀਕ ਹੈ, ਮੈਡੀਕਲ ਦਾ ਫਸਟ ਏਡ ਦਾ ਸਮਾਨ ਹੁੰਦਾ ਜੀ। ਪੱਟੀ ਹੁੰਦੀ ਆ, ਮੱਲ੍ਹਮ ਹੁੰਦੀ ਆ, ਕੈਂਚੀ ਹੁੰਦੀ ਆ। ਕੈਂਚੀ ਜਗ੍ਹਾ 'ਤੇ ਆਪਣੇ ਬਲੇਡ ਵਗੈਰਾ, ਕਿਉਂਕਿ ਇੰਨਾ ਸਮਾਨ ਪਾਉਣਾ ਜਾਂ ਕਰਨਾ ਉਹ ਵੀ ਫਿਰ ਥੋੜ੍ਹੀ ਜਗ੍ਹਾ 'ਚ ਆਉਣਾ ਚਾਹੀਦਾ ਨਾ। ਫਿਰ ਇਹੋ ਜਿਹਾ ਕੁਛ ਰੱਖਣਾ ਜੇ ਜਿਹੜਾ ਤੁਰੰਤ ਬੰਦੇ ਨੂੰ ਫਸਟ ਏਡ ਦੇ ਸਕੇ। ਉਸ ਤੋਂ ਬਾਅਦ ਤਾਂ ਫਿਰ ਜਹਾਜ਼ ਵੀ ਆ ਜਾਣੇ ਨੇ, ਸਾਰਾ ਕੁਝ ਹੋ ਜਾਣਾ। ਲੇਕਿਨ ਫਸਟ ਵਿੱਚ ਬੰਦੇ ਨੂੰ ਸਾਹਮਣਾ ਔਖਾ ਹੁੰਦਾ ਉਦੋਂ। ਫਸਟ ਏਡ ਵਿੱਚ ਹਰ ਬੰਦੇ ਕੋਲ ਹੁੰਦੀ ਆ, ਜੇ ਤੇ ਤੋਂ ਨਹੀਂ ਨਿਕਲੂ ਤਾਂ ਨਾਲ ਦਾ ਕੱਢੂਗਾ, ਨਾਲ ਦਾ ਕੱਢੂਗਾ। ਦਵਾਈਆਂ ਅੱਧੀਆਂ ਸਾਡੇ ਕੋਲ ਹੁੰਦੀਆਂ ਨੇ। ਸਾਡੇ ਨਾਲ ਜਿਹੜਾ ਇੱਕ ਨਰਸਿੰਗ ਸਟੈਂਡ ਚੱਲਦਾ, ਫੌਜ 'ਚ ਕਹਿੰਦੇ ਨਰਸਿੰਗ ਸਟੈਂਡ, ਜਿਵੇਂ ਆਪਣੇ ਕੰਪਿਊਟਰ ਕਹਿ ਰਹੇ ਆ ਵਗੈਰਾ, ਫੌਜ 'ਚ ਨਰਸਿੰਗ ਸਟੈਂਡ ਕਹਿੰਦੇ ਨੇ ਜੀ ਉਹਨੂੰ। ਅੱਛਾ, ਹਾਂ, ਡਾਕਟਰ ਹਰ ਇੱਕ ਜਿਹੜਾ ਟਰੁੱਪ ਕਿਤੇ ਚੱਲਦਾ ਉਹਦੇ ਵਿੱਚ ਇੱਕ ਟਰੁੱਪ 'ਚ ਪੱਕਾ ਗੋਲੀ ਬੂਟੀ ਸਾਰਾ ਕੁਝ ਨਾਲ ਲੈ ਕੇ ਚੱਲੂਗਾ ਉਹ। ਕਦੇ ਜਿਵੇਂ ਹੁਣ ਤੁਹਾਡੇ ਗੋਲੀਆਂ ਲੱਗੀਆਂ ਹੋਈਆਂ ਨੇ, ਜਿਵੇਂ ਉਹ ਟਾਈਮ ਤਾਂ ਤੁਸੀਂ ਨਹੀਂ ਕੱਢਦੇ ਹੋਗੇ, ਤਾਂ ਬਾਅਦ 'ਚ ਜਦ ਤੁਸੀਂ ਵਾਪਸ ਲੌਟੇ ਫਿਰ ਤੁਸੀਂ ਗੋਲੀਆਂ ਕੱਢਦੇ ਹੋਗੇ? ਚੱਲਣ ਦੇ ਪਹਿਲੀ ਗੱਲ ਤਾਂ ਇਹ ਚੀਜ਼ ਚੱਲਣ ਵਾਲਾ ਤਾਂ ਮਤਲਬ ਨਹੀਂ ਹੈਗਾ। ਇੱਕ ਹੱਡੀ ਜਨ ਲੱਗੀ ਹੋਵੇ, ਜੇ ਖੂਨ ਵਹਿੰਦਾ ਸਾਲਾ ਹਟ ਜੂਗਾ, ਕਿੰਨਾ ਕੁ ਚੋਲੂਗਾ? ਮਤਲਬ ਇੱਦਾਂ ਹੀ ਦਵਾਈ ਲਾ ਦੇਣੀ ਉਹਨੇ, ਮਾੜੀ ਪੱਟੀ ਕਰ ਦੇਣੀ। ਫਿਰ ਉਹ ਚੀਜ਼ ਨੂੰ ਐ ਹੁੰਦੇ ਵੀ ਜੇ ਤਾਂ ਇੱਕ ਦੀ ਤਾਂ ਗੋਲੀ ਲੱਗੀ ਆ ਸਿਰ ਦੇ ਵਿੱਚ, ਅਹਿਮੀਅਤ ਉਹਨੂੰ ਦੇਣੀ ਜ਼ਰੂਰੀ ਆ ਕਿ ਤੈਨੂੰ ਤੇਰੇ ਮਾੜੀ ਮੋਟੀ ਸਾਰਨ ਲੱਗਾ ਤੈਨੂੰ ਦੇਣੀ ਜ਼ਰੂਰੀ ਆ। ਉੱਥੇ ਫਿਰ ਇਹ ਜਿਹੜਾ ਤੇਰੇ ਲੱਗੀ ਤਾਂ ਨਹੀਂ ਸਾਹਿਬ ਠੀਕ ਆ, ਬਸ ਹੱਲਾਸ਼ੇਰੀ ਦੇਣੀ ਪੈਂਦੀ ਸੀ ਉੱਥੇ ਇਹ ਚੀਜ਼ ਦੀ। ਫਿਰ ਜਾਂ ਬਾਅਦ ਵਿੱਚ ਕਹਿਣਾ ਵੀ ਸਾਹਿਬ ਮੇਰੇ ਵੀ ਲੱਗੀਆਂ ਤੇ ਐਂ ਕਰਕੇ ਉਹਨਾਂ ਕਹਿੰਦਾ ਚੱਲ ਯਾਰ ਇੰਨੇ ਤਾਂ ਕੀ ਆ, ਝਰੀਟਾਂ ਹੀ ਨੇ, ਇਹ ਤਾਂ ਠੀਕ ਹੋ ਜਾਣਗੀਆਂ। ਮਤਲਬ ਇੱਕ ਇੱਦਾਂ ਦੇ ਕਰਕੇ ਬੇਗੌਲੀ ਕਰ ਦਿੰਦੇ ਸੀਗੇ ਕਿ ਸਰੀਰ ਵੀ ਚੱਲਦਾ ਸੀ, ਸਰੀਰ ਵਿੱਚ ਆਟੋਮੈਟਿਕ ਇੱਦਾਂ ਦਾ ਕਰੰਟ ਰਹਿੰਦਾ ਸੀਗਾ ਬਈ ਨਾ ਇਹ ਗੱਲ ਨਹੀਂ ਕਰਨੀ ਹੈਗੀ। ਕਿਉਂਕਿ ਇੱਕ ਬੰਦੇ ਤਾਂ ਸਿਰ 'ਚ ਗੋਲੀ ਲੱਗੀ ਆ, ਇੱਕ ਬੰਦੇ ਦੀ ਜਾਨ ਨਿਕਲ ਰਹੀ ਆ, ਇੱਕ ਬੰਦਾ ਤੁਰਿਆ ਫਿਰਦਾ। ਜਿਹਦੀ ਜਾਨ ਨਿਕਲ ਰਹੀ ਆ ਉਹਨੂੰ ਜ਼ਰੂਰੀ ਆ ਕਿ ਜਿਹੜਾ ਤੁਰਿਆ ਫਿਰਦਾ ਉਹ ਜ਼ਰੂਰੀ ਆ, ਉਹ ਤਾਂ ਬਾਅਦ ਦੀ ਗੱਲ ਆ। ਬਿਲਕੁਲ। ਹਾਂ, ਹੁਣ ਬਹੁਤ ਬਹੁਤ ਧੰਨਵਾਦ। ਪਹਿਲੀ ਗੱਲ ਤਾਂ ਤੁਸੀਂ ਆਪਣਾ ਸਮਾਂ ਦਿੱਤਾ। ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਬਲਵਿੰਦਰ ਸਿੰਘ, ਕਿਉਂਕਿ ਬੜਾ ਹੌਸਲਾ ਮਿਲਿਆ। ਦਰਸ਼ਕ ਵੀ ਕਾਫੀ ਦੇਖ ਰਹੇ ਹੋਣਗੇ, ਤੁਹਾਨੂੰ ਸੰਪਰਕ ਕਰਨਾ ਚਾਹੁਣ। ਕਈ ਵਾਰ ਇੱਦਾਂ ਹੁੰਦਾ ਵੀ ਹੌਸਲਾ ਹੀ ਲੈਣਾ ਚਾਹੁੰਦੇ ਹੁਣ ਵੀ ਜ਼ਿੰਦਗੀ ਦੇ ਵਿੱਚ। ਜਿਹੜੇ ਹੁਣ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਲੋਕ ਨੇ ਜਾਂ ਕਿੰਨੇ ਮੁੰਡੇ ਨੇ ਜਾਂ ਕੋਈ ਵੀ ਦੁਨੀਆ ਨਸ਼ਿਆਂ ਵੱਲ ਲੱਗੀ ਵੀ ਆ, ਬਿਲਕੁਲ ਇਹਨਾਂ ਲੋਕਾਂ ਨੂੰ ਇਹ ਚੀਜ਼ ਦੇ ਉੱਪਰ ਮੈਂ ਚਾਨਣਾ ਪਾਉਣਾ ਚਾਹੁੰਦਾ ਵੀ ਜੇ ਤੁਸੀਂ ਫੌਜ ਦੇ ਵਿੱਚ ਜਾਓਗੇ ਨਾ, ਤਾਂ ਅੱਜ ਸਾਡੇ ਟਾਈਮ 'ਤੇ ਤਾਂ ਉਹ ਟਾਈਮ 'ਤੇ ਤਾਂ ਸਾਰੀ 700 ਰੁਪਏ ਬੇਸਿਕ ਪੇ ਸੀਗੀ। ਅੱਜ ਹੁਣ ਜਿਹੜਾ ਲੱਗਦਾ ਸਿਪਾਹੀ ਇੱਕ ਭਰਤੀ ਹੋ ਕੇ ਜਾਂਦਾ 25000 ਰੁਪਈਆ, ਤੇ ਪੂਰੇ ਆਪਦੇ ਮਾਂ ਪਿਓ ਦੇ ਸਾਰਾ ਇਲਾਜ ਕਰਵਾ ਸਕਦਾ। ਕੰਟੀਨ ਵਿੱਚ ਹਰ ਚੀਜ਼ ਦੀ ਬੰਦੇ ਨੂੰ ਸਹਾਇਤਾ ਮਿਲਦੀ, ਸਹੂਲਤ ਮਿਲਦੀ ਆ। ਬਾਅਦ 'ਚ ਪੈਨਸ਼ਨ ਲੱਗੀ ਵੀ ਆ। ਕਿਹੜੀ ਨੌਕਰੀ ਆ ਜਿਹਦੇ ਵਿੱਚ ਇੰਨਾ ਕੁਛ ਮਿਲਦਾ? ਨਹੀਂ ਮਿਲਦਾ। ਮੈਂ ਆਪਣੇ ਮਾਂ ਪਿਓ ਦਾ ਇਲਾਜ ਕਰਾਇਆ ਤੇ 14 ਲੱਖ ਦੇ ਲਾਗੇ ਬਾਪੂ ਜੀ ਦੇ ਉੱਪਰ ਲੱਗ ਗਿਆ ਹੋਊਗਾ, ਤੇ 4-4.5 ਲੱਖ ਬੀਬੀ ਦੇ ਮੇਰੀ ਤੇ ਮਾਤਾ ਤੇ ਲੱਗਿਆ, ਕਿ ਸਾਰਾ ਡਿਫੈਂਸ ਨੇ ਕੀਤਾ। ਜੇ ਕਿਤੇ ਕਾਮ ਬੰਦੇ ਨੂੰ ਲਾਉਣਾ ਪੈ ਜਾਵੇ ਜਾਂ ਜ਼ਮੀਨ ਜਾਇਦਾਦ ਆ ਜਾਂ ਬੰਦੇ ਕੋਲ ਕਿਤੇ 4 ਪੈਸੇ ਹੈਗੇ ਨੇ ਤਾਂ ਲੱਗ ਜਾਣਗੇ ਉੱਥੇ। ਕਿੰਨਾ ਗਰੀਬ ਆਦਮੀ ਬੰਦਾ ਕਿੰਨਾ ਕੁ ਲਾ ਸਕਦਾ, ਕਿੱਥੋਂ ਬੰਦਾ ਲੈ ਕੇ ਆ ਸਕਦਾ? ਲੇਕਿਨ ਉਸ ਚੀਜ਼ ਨੂੰ ਇੱਕ ਮਨ ਦਾ ਮਤਲਬ ਮਨ ਇਹ ਚੀਜ਼ ਚਾਹੁੰਦਾ ਵੀ ਦੇਖਿਆ ਜੇ ਫੌਜ 'ਚ ਨੌਕਰੀ ਕੀਤੀ ਸੀਗੀ ਤਾਂ ਇੰਨੀ ਕੇਅਰ ਹੋ ਰਹੀ ਆ। ਫਿਰ ਦੁਬਾਰਾ ਕਾਰਡ ਮਾਤਾ ਦਾ ਬਣਾਇਆ। ਬਾਪੂ ਜੀ ਸਾਡੇ ਦੀ ਡੈਥ ਹੋ ਗਈ ਸੀਗੀ, ਉਹਦੇ ਵਾਸਤੇ ਕੋਈ 4-5 ਸਾਲ ਹੋ ਗਏ ਉਹਨਾਂ ਨੂੰ ਤਾਂ, ਤੇ ਇਹਨਾਂ ਦੇ ਕਾਰਡ ਦੁਬਾਰਾ ਫੇਰ ਬਣਾਇਆ। ਕੋਈ ਫੌਜ ਵੱਲੋਂ ਕੋਈ ਨਾ ਨਹੀਂ ਹੈਗੀ ਸਾਨੂੰ ਬਿਲਕੁਲ। ਕਹਿੰਦੇ ਵੀ IUI ਵਿੱਚ ਆਪਣੇ ਖੰਨੇ ਵੀ ਤੇ ਆਓ ਤੁਸੀਂ ਆਪਦੀ ਭਾਈ 6 ਮਹੀਨੇ 4 ਮਹੀਨਿਆਂ ਬਾਅਦ ਆਪਦੀ ਆ ਕੇ ਡਾਕਟਰੀ ਕਰਾ ਕੇ ਜਾਓ। ਜੇ ਆਮ ਬੰਦੇ ਨੇ ਡਾਕਟਰੀ ਪੂਰੇ ਸਰੀਰ ਦੀ ਕਰਾਉਣੀ ਹੋਵੇ, ਤੁਹਾਨੂੰ ਪਤਾ ਹੀ ਆ ਕਿੰਨਾ ਮਹਿੰਗਾ, ਵੱਡੀ ਲਿਸਟ ਬਣ ਜਾਂਦੀ। ਹਾਂ, ਵੱਡੀ ਇਹ ਆ। ਮੈਂ ਤਾਂ ਜਾਣੀ ਹਰ ਇੱਕ ਲਾਟ ਦੇ ਵਿੱਚ ਇਹੀ ਲੋਕਾਂ ਨੂੰ ਕਹੂੰਗਾ ਵੀ ਇਹ ਪਿੰਡਾਂ ਵਿੱਚ ਜਿਹੜੇ ਮੰਡੀਰ ਆਮ ਤੁਰੀ ਫਿਰਦੀ ਆ, ਇਹਨਾਂ ਵੱਲ ਜੇ ਕੋਈ ਹੋਰ ਨੌਕਰੀ ਨਹੀਂ, ਨਸ਼ੇ ਵੱਲ ਕੋਈ ਹੋਰ ਕੋਈ ਨੌਕਰੀ ਨਹੀਂ ਮਿਲਦੀ ਤਾਂ ਬੰਦਾ ਥੋੜ੍ਹੀ ਮਿਹਨਤ ਕਰੇ ਤੇ ਮੇਰੇ ਨਾਲ ਸੰਪਰਕ ਵੀ ਕਰੇ। ਹਰ ਬੰਦਾ ਸੰਪਰਕ ਕਰ ਸਕਦਾ, ਇਹੋ ਜਿਹੀ ਗੱਲ ਨਹੀਂ ਹੈਗੀ।
ਆਰਮੀ ਹੈੱਡਕੁਆਟਰ ਦੇ ਵਿੱਚ ਆਪਣੇ ਜਿੱਦਾਂ ਆਪਣੇ ਇੱਥੇ ਭਰਤੀ ਹੁੰਦੀ ਆ ਉੱਚੇ ਪੁਲ ਦੇ ਕੋਲੇ ਲੁਧਿਆਣੇ, ਉੱਚੇ ਪੁਲ ਬਾਜਰਾ ਕੰਟੀਨ ਦੇ ਕੋਲੇ, ਉੱਥੇ ਤੁਸੀਂ ਜਾਓ ਤੁਹਾਨੂੰ ਫਾਰਮ ਮਿਲਣਗੇ, ਉੱਥੇ ਭਰਤੀ ਹੁੰਦੀ ਰਹਿੰਦੀ ਆ। ਪਟਿਆਲੇ ਆਪਣੇ ਪੋਲੋ ਗਰਾਊਂਡ ਦੇ ਕੋਲ ਭਰਤੀ ਹੁੰਦੀ ਆ। ਜੇ ਤੁਸੀਂ ਆਪ ਮਾੜੀ ਮੋਟੀ ਸੰਪਰਕ ਕਰੋਗੇ ਬੰਦਾ ਦੱਸੂਗਾ, ਤੇ ਮਿਹਨਤ ਤਾਂ ਬੰਦੇ ਨੇ ਆਪ ਕਰਨੀ ਪੈਣੀ ਆ ਭਾਈ। ਆਪਣਾ ਸੰਪਰਕ ਨੰਬਰ ਜੀ ਦਾ ਮੇਰਾ ਹੈਗਾ 98726 49806, ਇੱਕ ਵਾਰ ਦੁਬਾਰਾ 98726 49806। ਐਕਸ ਸਰਵਿਸ ਮੈਨ ਨਾਇਕ ਬਲਵਿੰਦਰ ਸਿੰਘ ਮੰਡੇਰ। ਕਿਆ ਬਾਤ, ਬਹੁਤ ਬਹੁਤ ਧੰਨਵਾਦ ਭਾਈ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਬਹੁਤ ਚੰਗਾ ਲੱਗਾ। ਸੋ ਇਹ ਸਨ ਬਲਵਿੰਦਰ ਸਿੰਘ ਮੰਡੇਰ ਜੀ। ਤੁਸੀਂ ਵੇਖਿਆ ਇਹ ਗੱਲਾਂ ਮੈਂ ਇਸ ਕਰਕੇ ਕਰਵਾਈਆਂ ਸੀ ਕਿਉਂਕਿ ਅੱਜ ਕੱਲ੍ਹ ਵੇਖਿਆ ਜਾਵੇ ਤਾਂ ਬਹੁਤ ਆਮ ਚੀਜ਼ ਹੋ ਜਾਂਦੀ ਹੈ ਵੀ ਕਹਿਣੀ ਸੌਖੀ ਹੁੰਦੀ ਹੈ ਵੀ ਲੜਾਈ ਲੱਗ ਜੇ, ਵੀ ਬੰਬਾਰੀ ਕਰ ਦਿਓ, ਅਟੈਕ ਕਰ ਦਿਓ, ਖੂਫੀਆ ਫੋਰਸਿਸ ਭੇਜੋ, ਬਟਾਲੀਅਨ ਭੇਜੋ, ਸਿੱਖ ਬਟਾਲੀਅਨ ਭੇਜੋ, 15 ਪੰਜਾਬ ਭੇਜੋ, ਇੱਦਾਂ ਦੇ ਜਿੰਨੇ ਵੀ ਬਟਾਲੀਅਨਸ ਨੇ ਆਪਾਂ ਅਕਸਰ ਕਹਿ ਦਿੰਦੇ ਹਾਂ ਵੀ ਭੇਜ ਦਿੱਤੀਆਂ ਜਾਣ। ਪਰ ਜਿਹੜੇ ਉੱਥੇ ਦੇ ਚਸ਼ਮਦੀਦ ਹੁੰਦੇ ਨੇ, ਯਾਨੀ ਕਿ ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਇਹ ਜਿਹੜੀ ਸੇਕ ਜਿਹੜਾ ਆ ਹੰਢਾਇਆ ਹੁੰਦਾ ਆ, ਇਹ ਹੀਟ ਜਿਹੜੀ ਆ, ਇਹ ਗੋਲੀਆਂ ਜਿਹੜੀ ਆਪਣੇ ਪਿੰਡੇ 'ਤੇ ਖਾਧੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਕਦੇ ਪੁੱਛ ਕੇ ਵੇਖਿਓ ਕਿ ਜੰਗ ਲੱਗਣੀ ਕਿੰਨੀ ਕੁ ਸੌਖੀ ਹੈ। ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਬਾਈ ਜੀ ਉਹਨਾਂ ਦੇ, ਕਿਉਂਕਿ ਸਾਰੀ ਚੀਜ਼ਾਂ ਨਹੀਂ ਦਿਖਾ ਸਕਦੇ, ਇਹ ਵੀ ਕਿਤੇ ਨਾ ਕਿਤੇ ਪ੍ਰਾਈਵੇਸੀ ਹੁੰਦੀ ਹੈ। ਪਰ ਕੁਝ ਜਿਵੇਂ ਹੁਣ ਦਿਖਾਏ ਸੀ ਅਸੀਂ ਨਿਸ਼ਾਨ, ਵੀ ਗੋਲੀ ਦੇ ਨਿਸ਼ਾਨ ਲੱਗੇ ਹੋਏ ਸੀਗੇ ਸਰੀਰ 'ਤੇ ਵੀ ਪੂਰੇ ਬਾਈ ਉਹਨਾਂ ਨੇ ਅਸੀਂ ਦਿਖਾਇਆ ਸੀ ਇਹਨਾਂ ਨੇ ਕਿ ਨਿਸ਼ਾਨ ਹੀ ਨਿਸ਼ਾਨ ਨੇ ਗੋਲੀਆਂ ਦੇ। ਉਮੀਦ ਕਰਦਾ ਕੁਝ ਹੌਸਲਾ ਜ਼ਰੂਰ ਮਿਲਿਆ ਹੋਊਗਾ ਵੀ ਹਾਂ ਵੀ ਅਸੀਂ ਉਸ ਦੇਸ਼ ਦੇ ਵਿੱਚ ਹਾਂ ਜਿੱਥੇ ਦੇ ਸੈਨਿਕ ਸਾਡੀ ਸੁਰੱਖਿਆ ਵਾਸਤੇ ਹਮੇਸ਼ਾ 2400 ਘੰਟੇ ਜਿਹੜੇ ਨੇ ਬਾਹਰ ਬੈਠੇ ਨੇ, ਆਪਣੀ ਪਰਿਵਾਰ ਦੀ ਸੁਰੱਖਿਆ ਵਾਸਤੇ, ਸਾਰੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣਾ ਪਰਿਵਾਰ ਛੱਡ ਕੇ ਪਰੇ ਜਾ ਕੇ, ਬਹੁਤ ਆਪਣੇ ਪਰਿਵਾਰ ਤੋਂ ਕਿੰਨੇ ਹਜ਼ਾਰ ਕਿਲੋਮੀਟਰ ਦੂਰ ਜਾ ਕੇ ਜਿਹੜੇ ਨੇ ਆਪਣੀ ਸੇਵਾ ਨਿਭਾਉਂਦੇ ਨੇ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਤੁਹਾਡੀ ਟੀਵੀ ਸਕਰੀਨਸ 'ਤੇ ਨੰਬਰ ਫਲੈਸ਼ ਹੋ ਰਹੇ ਹੋਣਗੇ ਬਲਵਿੰਦਰ ਸਿੰਘ ਮੰਡੇਰ ਜੀ ਦੇ। ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ, ਹੌਸਲਾ ਲੈਣਾ ਚਾਹੁੰਦੇ ਹੋ, ਜਾਂ ਕੋਈ ਵੀਰ ਮੇਰਾ ਚਾਹੁੰਦਾ ਹੈ ਕਿ ਮੈਂ ਆਰਮੀ ਦੇ ਵਿੱਚ ਭਰਤੀ ਹੋਣਾ, ਕੋਈ ਸਲਾਹ ਲੈਣਾ ਚਾਹੁੰਦਾ ਤਾਂ ਜ਼ਰੂਰ ਸੰਪਰਕ ਕਰ ਸਕਦਾ ਆ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓਜ਼ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।